ਵਿੱਚ ਦੀ ਜਿਹੜੇ 2 ਸਾਲ ਗਏ ਆ, ਬੜਾ ਪ੍ਰੈਸ਼ਰ ਪਿਆ ਮੇਰੇ ਤੇ, ਬੜੇ ਫੋਨ ਆਏ ਕਿ ਤੁਸੀਂ ਸਮਝੌਤਾ ਕਰ ਲਓ, ਇੱਦਾਂ ਕਰ ਲਓ, ਉੱਦਾਂ ਕਰ ਲਓ। ਫਿਰ ਮੈਨੂੰ ਕਈ ਕੇਸਾਂ ਦੇ ਵਿੱਚ ਫਸਾਇਆ ਵੀ ਗਿਆ। ਉਹ ਵੀ ਬੰਦਾ ਸਹਿਣ ਕਰ ਲੈਂਦਾ ਕਿ ਚਲੋ ਕੋਈ ਗੱਲ ਨਹੀਂ ਯਾਰ, ਕੁੱਟਿਆ, ਇਟਸ ਓਕੇ। ਬਟ ਜਿਹੜੀਆਂ ਉਹ ਥਾਣੇ ਦੇ ਵਿੱਚ ਮਾਹੌਲ ਸੀ, ਜਦੋਂ 10-15 ਪੁਲਿਸ ਵਾਲੇ ਬਹਿ ਕੇ ਤੁਹਾਡੇ ਘਰਦਿਆਂ ਨੂੰ, ਮਾਂ ਪਿਓ ਨੂੰ, ਭੈਣਾਂ ਨੂੰ ਜਲੀਲ ਕਰਦੇ, ਜਿਹੜੀ ਹੈਗਾ ਤਾਂ ਫਿਰ ਅਖੀਰ ਨੂੰ ਜੱਟ ਦਾ ਪੁੱਤ ਹੈ ਜੀ। ਫਿਰ ਉਹ ਬਦਲਾ ਤਾਂ ਲਊਂਗਾ, ਅੱਜ ਮਿਲ ਜਾਵੇ, ਕੱਲ ਨੂੰ ਮਿਲ ਜਾਵੇ, ਡਟਿਆ ਮੈਂ ਤਾਂ। ਐਡਾ ਕੁ ਭੈੜਾ ਇਸ ਕੰਮ ਨੂੰ, ਜਿਹੜੀ ਚੀਜ਼ ਦੇ ਮਗਰ ਪੈ ਜਾਵਾਂ ਮੈਂ ਛੱਡਦਾ ਨਹੀਂ। ਤੇ ਅਸੀਂ ਬਹਿ ਕੇ ਸਲਾਹ ਕੀਤੀ ਸਾਰੇ ਜਾਣਿਆਂ ਨੇ। ਮੈਂ ਕਿਹਾ ਯਾਰ ਲੜਨਾ ਤਾਂ ਆਪਾਂ ਹੀ ਆ। ਮੈਨੂੰ ਹਲੇ ਮੇਰੇ ਨਾਲ ਦੇ ਕਹਿੰਦੇ ਸੀ ਯਾਰ, ਕਹਿੰਦੇ ਤੂੰ ਤਾਂ ਖੜ ਜਾਏਗਾ, ਇਹ ਨਾ ਭੱਜਣ। ਫਿਰ ਮੈਂ ਇਹਨਾਂ ਨੂੰ ਇਹ ਗੱਲ ਕਹੀ, ਮੈਂ ਭਾਜੀ ਮੈਂ ਤਾਂ ਕਰੂੰਗਾ, ਤੇ ਤੁਸੀਂ ਵੀ ਨਾ ਪੈਰ ਪਿੱਛੇ ਵੱਟਿਓ। ਇਹ ਕਹਿੰਦੇ ਅਸੀਂ ਵਕਾਲਤ ਟੌਰ ਟੱਪੇ ਲਈ ਕਰਦੇ ਆ। ਕਿ ਜਿਹੜੇ ਲੋਕਾਂ ਦੇ ਹੁਣ ਪਤਾ ਨਹੀਂ ਕਿੰਨਿਆਂ ਦੇ ਕੁੱਟ ਵਿਚਾਰਿਆਂ ਦੇ ਰੋਜ਼ ਪੈਂਦੀ ਆ, ਉਹ ਬਾਹਰ ਆ ਕੇ ਚੁੱਪ ਕਰ ਜਾਂਦੇ ਆ ਕਿ ਯਾਰ ਠੀਕ ਆ, ਤੁਹਾਡੀ ਗਲਤੀ ਹੋਈ, ਤੁਹਾਨੂੰ ਪਰਚਾ ਦੇਤਾ ਉਹਨਾਂ ਨੇ, ਤੁਹਾਨੂੰ ਸਜ਼ਾ ਹੋ ਗਈ, ਉਹ ਡਿਫਰੈਂਟ ਸਟੋਰੀ ਆ। ਪਰ ਕਿਸੇ ਨੂੰ ਆਪਾਂ ਇਹ ਹੱਕ ਨਹੀਂ ਦਿੰਦੇ ਕਿ ਯਾਰ ਕੁੱਟੋ, ਕਿਸੇ ਨੂੰ ਜਲੀਲ ਕਰੋ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੋ। ਕਿ ਜੋ ਹੋਇਆ ਆਪਣੇ ਨਾਲ ਹੋਇਆ ਤਾਂ ਗਲਤ ਆ, ਪਰ ਮੈਂ ਕਿਹਾ ਯਾਰ ਆਪਾਂ ਜੰਗ ਛੱਡਣੀ ਨਹੀਂ, ਇਹ ਕਿ ਆਪਾਂ ਲੜਾਂਗੇ। ਉਹ ਫਿਰ ਰਾਤ ਨੂੰ ਫਿਰ ਉਹੀ ਸਾਰਾ ਕੁਝ ਦਿਮਾਗ 'ਚ ਘੁੰਮਿਆ। ਉਹਨੂੰ ਵੀ ਇਹੋ ਜਿਹਾ ਸੁਪਨਾ ਆਇਆ, ਮੈਨੂੰ ਉੱਠ ਕੇ ਕਹਿੰਦਾ 6 ਵਜੇ, ਕਹਿੰਦਾ ਯਾਰ ਤੇਰੇ ਕਿਸੇ ਨੇ ਫੈਰ ਮਾਰਿਆ, ਐਂ ਕਰਿਆ। ਕੋਰਟ 'ਚ ਵੀ ਸਰ ਮੈਨੂੰ ਇੱਕ ਦੇ ਦਿਓ, ਲਿੜਕੜੀਆਂ ਜਿੱਦਾਂ ਆਪਾਂ ਲੈਂਦੇ ਆ। ਪਰ ਉਹਨਾਂ ਨੇ ਕਿਹਾ ਨਹੀਂ, ਇਨਫ ਇਜ਼ ਇਨਫ, ਕੋਈ ਜਸਟੀਫਿਕੇਸ਼ਨ ਨਹੀਂ। ਸੋ 20,000 ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ, ਇਹਨਾਂ ਨੂੰ ਕੋਸਟ ਪਈ ਹੈ ਪੰਜਾਬ ਸਰਕਾਰ ਨੂੰ। ਇਸ ਕਰਕੇ ਪਈ ਹੈ ਕਿ ਜਿਹੜਾ ਇਸ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਵੀ ਕਿਉਂ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਵਰਡ ਯੂਜ਼ ਕੀਤੇ ਕਿ ਤੁਸੀਂ ਜੰਗਲ ਰਾਜ ਬਣਾਤਾ। ਹੁਣ ਜੰਗਲ ਰਾਜ ਹੀ ਆਈ, ਸਾਰਾ ਕੁਝ ਸਿੱਟ ਨੇ ਦੇਤਾ ਸਾਨੂੰ। ਜਿਵੇਂ ਬਾਈ ਜੀ ਨੇ ਦੱਸਿਆ ਜੀ, ਸਾਨੂੰ ਰਿਪੋਰਟ ਹੀ ਦਿੱਤੀ। ਮੈਂ ਇਹਨਾਂ ਨੂੰ ਕਿਹਾ ਯਾਰ ਕੀ ਕੰਮ ਨੇ ਇੱਥੇ, ਤੇ ਮੈਨੂੰ ਤਾਂ ਸਮਝ ਨਹੀਂ ਲੱਗਦੀ। ਇਹ ਕਹਿੰਦੇ ਜੀ ਇਹ ਪੰਜਾਬ ਪੁਲਿਸ ਹੈ, ਤੇ ਜਦੋਂ ਕੋਈ ਉੱਚ ਕੋਟੀ ਦੇ ਪੁਲਿਸ ਵਾਲੇ ਵਿੱਚ ਇਨਵੋਲਵ ਹੋ ਜਾਂਦੇ ਨੇ ਤਾਂ ਆਹੀ ਕੁਛ ਹੀ ਹੁੰਦਾ। ਸਭ ਹੀ ਆਏ ਸੀਗੇ, ਜਦ ਉਹਨਾਂ ਨੇ ਮੇਰਾ ਹਾਲ ਚਾਲ ਦੇਖਿਆ, ਮੈਂ ਕਿਹਾ ਜੀ ਬਾਈ ਐਂ ਆਹ ਕੰਮ ਹੋਇਆ ਜੀ ਮੇਰੇ ਨਾਲ, ਕੀ ਚੰਗੀ ਗੱਲ ਨਹੀਂ ਹੈ ਉਹਨਾਂ ਵਾਸਤੇ। ਕਿ ਜੇ ਤੁਸੀਂ ਕਹਿੰਦੇ ਹੋ ਕੋਈ ਚੱਕਰ ਨਹੀਂ, ਆਪਾਂ ਤੁਹਾਡੀ ਇੱਜ਼ਤ ਕਰਦੇ ਹਾਂ, ਕਿ ਜੇ ਤੁਸੀਂ ਕਹਿੰਦੇ ਹੋ ਮੈਂ ਹੁਣੇ ਸਾਰੀਆਂ ਆਪਣੀਆਂ ਰਿਟਾਂ ਵਗੈਰਾ ਸਭ ਕੁਝ ਬੈਕ ਲੈ ਲੈਂਦਾ। ਉਹਦਾ ਰਮਨਦੀਪ ਦਾ ਰਿਸ਼ਤੇਦਾਰ ਸੀਗਾ ਕੋਈ ਨਾਲ, ਉਹ ਉਹਨੂੰ ਕਹਿੰਦੇ ਅੱਜ ਜਾ ਕੇ ਕਹਿ ਦੇ ਆਪਦੇ ਰਿਸ਼ਤੇਦਾਰ ਨੂੰ ਕਿ ਅਸੀਂ ਨਹੀਂ ਫੈਸਲਾ ਕਰਨਾ। ਯਾਰ ਹਾਲਤ ਤਾਂ ਦੇਖ, ਕਹਿੰਦਾ ਮੁੰਡੇ ਦਾ ਕੀ ਬਣਾਇਆ ਪਿਆ। ਮੇਰੇ ਉਦੋਂ ਲੱਤਾਂ ਲੁੱਤਾਂ ਸੁੱਜੀਆਂ ਸੀ ਸਾਰੀਆਂ, ਨੀਲ ਨੂਲ ਪਏ ਹੋਏ ਸੀਗੇ। ਕਰਾਂਗੇ ਜੀ ਲੜਾਈ ਤਾਂ ਲੜੂੰਗਾ ਮੈਂ, ਭੱਜਣ ਵਾਲਿਆਂ 'ਚ ਤਾਂ ਮੈਂ ਹੈ ਨਹੀਂ, ਇਹ ਤਾਂ ਤੁਸੀਂ ਦੇਖ ਹੀ ਲਿਆ ਹੋਣਾ। ਮੈਂ ਕਹਿਣਾ ਨਹੀਂ ਚਾਹੁੰਦਾ, ਮੇਰੇ ਨਾਲ ਦੇ ਗਾਉਣ ਵਾਲੇ ਜਿਹੜੇ ਸਾਥੀ ਆ, ਮੈਨੂੰ ਕੱਲੇ ਕੱਲੇ ਦਾ ਨਾਂ ਰਮਨਦੀਪ ਨੇ ਆਪ ਦੱਸਿਆ। ਇੱਥੇ ਹੀ ਕੁੱਟਿਆ, ਆਹ ਵੀ ਕੁੱਟਿਆ, ਉਹ ਵੀ ਕੁੱਟਿਆ, ਆਹ ਵੀ ਕੁੱਟਿਆ, ਇਹਨੂੰ ਐਂ ਕੁੱਟਿਆ, ਇਹਨੂੰ ਐਂ ਕੁੱਟਿਆ। ਕੱਲੇ ਕੱਲੇ ਕਲਾਕਾਰ ਦਾ ਮੈਨੂੰ ਨਾਂ ਦੱਸਿਆ ਨੇ। ਪਰ ਮੈਂ ਮਨੋਂ ਮਨੀ ਕਹਿੰਦਾ ਹੁੰਦਾ ਸੀ ਕਿ ਹੁਣ ਗਲਤ ਬੰਦਾ ਕੁੱਟਿਆ। ਮੈਂ ਤੋਂ ਜਦ ਪੈਸੇ ਵੀ ਮੰਗੇ ਸੀ ਨਾ, ਮੈਂ ਇਹ ਗੱਲ ਕਹੀ ਸੀ ਕਿ ਜਦ ਮੈਨੂੰ ਕਹਿੰਦੇ ਕਰੋੜ ਰੁਪਈਆ ਦੇ ਦੇ, ਮੈਂ ਕਿਹਾ ਦਿੰਦਾ ਨਹੀਂ, ਬਾਹਰ ਨਿਕਲ ਕੇ ਕਰੋੜ ਲਾ ਦੂੰ ਤੇਰੇ ਤੇ, ਤੈਨੂੰ ਨਹੀਂ ਦਿੰਦਾ। ਮੇਰੇ ਅਸਲ 'ਚ ਕੋਟੀ ਵਾਲੀ ਤਾਂ ਪਈ ਆ, ਇੰਨੀ ਪੈਣੀ ਨਹੀਂ ਸੀ। ਬਥੇਰਾ ਰੋਇਆ, ਬਥੇਰਾ ਗੜਗੜਾਇਆ ਉਹਨਾਂ ਦੇ ਸਾਹਮਣੇ ਕਿ ਯਾਰ ਮੇਰੀ ਗਲਤੀ ਕੀ ਆ, ਮੈਨੂੰ ਇਹ ਤਾਂ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ, ਔਰ ਗੱਲ ਕਰ ਲੈਂਦੇ ਆ ਪੰਜਾਬੀ ਗਾਇਕ ਐਲੀ ਮੰਗਟ ਦੀ। ਐਲੀ ਮੰਗਟ ਜਿਹੜਾ 2019 ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਨਜ਼ਰ ਆਇਆ। 2019 ਦੀ ਉਹ ਰਾਤ ਦੀ ਗੱਲ ਕਰੀਏ ਜਾਂ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਪੁਲਿਸ ਨੇ ਇਸ ਦੇ ਖਿਲਾਫ ਮਾਮਲੇ ਦਰਜ ਕੀਤੇ, ਲਗਾਤਾਰ ਕਈ ਮਾਮਲਿਆਂ ਦੇ ਵਿੱਚ ਘਿਰਦਾ ਹੋਇਆ ਨਜ਼ਰ ਆਇਆ। ਪੁਲਿਸ ਕਸਟਡੀ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਤਸ਼ੱਦਦ ਹੋਈ ਹੈ। ਖੁਦ ਮੀਡੀਆ ਦੇ ਸਾਹਮਣੇ ਐਲੀ ਮੰਗਟ ਆਇਆ, ਇਹ ਕਹਿੰਦਾ ਹੋਇਆ ਨਜ਼ਰ ਆਇਆ ਕਿ ਮੇਰੇ ਨਾਲ ਤਸ਼ੱਦਦ ਹੋਈ ਹੈ। ਕਸਟਡੀ ਦੇ ਵਿੱਚ ਪੁਲਿਸ ਨੇ ਇਨਲੀਗਲ ਟੌਰਚਰ ਕੀਤਾ। ਸਤੰਬਰ ਮਹੀਨਾ ਸੀ, 2019 ਸਾਲ ਸੀ। ਅੱਜ ਵੀ ਸਤੰਬਰ ਮਹੀਨਾ ਹੈ ਤੇ 2021 ਸਾਲ ਹੈ, ਲੇਕਿਨ ਉਸ ਸਮਾਂ ਜੋ ਹਾਲਾਤ ਐਲੀ ਦੇ ਸੀ, ਅੱਜ ਉਹਨਾਂ ਤੋਂ ਕੁਝ ਅਲੱਗ ਹਾਲਾਤ ਜਿਹੜੇ ਨੇ ਨਜ਼ਰ ਆ ਰਹੇ ਨੇ। ਕਿਉਂਕਿ ਇਨਸਾਫ ਦੀ ਲੜਾਈ ਕਹਿ ਰਿਹਾ ਸੀ ਕਿ ਮੈਂ ਲੜੂੰਗਾ, ਮੇਰੇ ਨਾਲ ਜਿਹੜੀ ਤਸ਼ੱਦਦ ਢਾਈ ਗਈ ਹੈ ਉਹ ਕਿਤੇ ਨਾ ਕਿਤੇ ਉਸਦਾ ਇਨਸਾਫ ਲਊਂਗਾ, ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਵਾ ਕੇ ਰਹੂੰਗਾ। ਹਾਈ ਕੋਰਟ ਦੇ ਵਿੱਚ ਗਿਆ, ਪਟੀਸ਼ਨ ਫਾਈਲ ਕੀਤੀ, ਔਰ ਇੱਕ ਲੀਗਲ ਪੈਨਲ ਜਿਹੜਾ ਉਹ ਨਾਲ ਤੁਰਦਾ ਹੋਇਆ ਨਜ਼ਰ ਆਇਆ। ਘੁੰਮਣ ਬ੍ਰਦਰ ਦੀ ਗੱਲ ਕਰੀਏ, ਐਲੀ ਮੰਗਟ ਦੇ ਨਾਲ ਤੁਰਦੇ ਹੋਏ ਨਜ਼ਰ ਆਇਆ। ਹਾਲਾਂਕਿ
ਇਸ ਕੇਸ ਦੇ ਵਿੱਚ ਇਹਨਾਂ ਦੀ ਜੇਕਰ ਗੱਲ ਕਰੀਏ ਤੇ ਕਈ ਵਾਰ ਇਹੋ ਜਿਹਾ ਵੀ ਲੱਗਦਾ ਸੀ ਵੀ ਇਹਨਾਂ ਨੂੰ ਵੀ ਦਬਾਅ ਹੇਠ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਚਾਹੇ ਉਸ ਦੇ ਵਿੱਚ ਸਿਕਿਉਰਿਟੀ ਵਿਡਰੋਲ ਦਾ ਜਿਹੜਾ ਮਸਲਾ ਆਇਆ ਜਾਂ ਫਿਰ ਸੋਸ਼ਲ ਮੀਡੀਆ ਤੇ ਜਿਸ ਢੰਗ ਦੀ ਟ੍ਰੋਲਿੰਗ ਹੋ ਰਹੀ ਸੀ ਉਸ ਗੱਲ ਦਾ ਆਪਾਂ ਜ਼ਿਕਰ ਕਰੀਏ। ਲੇਕਿਨ ਫਿਲਹਾਲ ਇੱਕ ਨਵੀਂ ਅਪਡੇਟ ਐਲੀ ਮੰਗਟ ਨਾਲ ਜੁੜੇ ਮਾਮਲੇ ਦੀ ਨਿਕਲ ਕੇ ਸਾਹਮਣੇ ਆਈ ਹੈ ਔਰ ਉਸ ਅਪਡੇਟ ਦੇ ਵੀ ਤੁਹਾਡੇ ਤੇ ਸਿੱਧੇ ਤੌਰ ਤੇ ਸਾਂਝ ਪਾਵਾਂਗੇ। ਲੇਕਿਨ ਸਭ ਤੋਂ ਪਹਿਲਾਂ ਐਲੀ ਮੰਗਟ ਮੇਰੇ ਨਾਲ ਨੇ, ਗੱਲਬਾਤ ਕਰਾਂਗੇ। ਐਲੀ ਸਤਿ ਸ਼੍ਰੀ ਅਕਾਲ ਜੀ। ਅੱਜ ਲੱਗਦਾ ਕਿ ਇਨਸਾਫ ਮਿਲੂਗਾ ਹੁਣ, ਕਿਉਂਕਿ ਸ਼ੁਰੂਆਤ ਹੋਈ ਸੀ ਜਿਸ ਢੰਗ ਦੇ ਨਾਲ 2019 ਦੇ ਉਸ ਵਾਕਿਆ ਦੀ ਗੱਲ ਕਰੀਏ ਕਿ ਸੋਸ਼ਲ ਮੀਡੀਆ ਤੇ ਇੱਕ ਵਿਵਾਦ ਛਿੜਦਾ ਹੈ, ਉਸ ਤੋਂ ਬਾਅਦ ਤੁਸੀਂ ਵਿਦੇਸ਼ ਛੱਡ ਕੇ ਚੰਡੀਗੜ੍ਹ ਆ ਜਾਂਦੇ ਹੋ। ਇੱਥੋਂ ਦੀ ਤਸਵੀਰਾਂ ਸਾਰਿਆਂ ਨੇ ਵੇਖੀਆਂ, ਪੁਲਿਸ ਕਸਟਡੀ ਦੇ ਵਿੱਚ ਲੈਂਦੀ ਹੈ, ਉਸ ਕਸਟਡੀ ਦੇ ਵਿੱਚ ਦੀ ਤਸਵੀਰਾਂ ਬਾਅਦ ਚ ਨਿਕਲ ਕੇ ਸਾਹਮਣੇ ਆਈਆਂ ਜਦੋਂ ਤੁਸੀਂ ਫੋਟੋਆਂ ਵਿਖਾਈਆਂ ਕਿ ਆਹ ਕੁਝ ਟੌਰਚਰ ਹੋਇਆ। ਕਿੰਨੀ ਕੁ ਜ਼ਿੰਦਗੀ ਬਦਲੀ ਔਰ ਜਿਹੜੀ ਆ ਇਨਸਾਫ ਦੀ ਲੜਾਈ ਤੁਸੀਂ ਲੜ ਰਹੇ ਹੋ 2 ਸਾਲ ਤੋਂ, ਲੱਗਦਾ ਇਨਸਾਫ ਮਿਲੂਗਾ? ਸੁਪਨੇ ਹਰੇਕ ਬੰਦਾ ਲੈਂਦਾ ਜੀ, ਮੈਂ ਵੀ ਲਏ ਸੀ ਕਿ ਐਂ ਕਰਾਂਗੇ ਉਦਾਂ ਕਰਾਂਗੇ, ਬਟ ਜਿਹੜੇ ਆ 2 ਸਾਲ ਲੰਘੇ ਆ, ਕਦੇ ਡੀਜੀਪੀ ਆਫਿਸ, ਕਦੇ ਸਿੱਟ ਦੀ ਰਿਪੋਰਟਾਂ ਦੇ ਵਿੱਚ ਆਉਣ ਜਾਣ, ਤੜਕੇ ਹੀ ਉੱਠ ਖੜਦੇ ਅਸੀਂ ਸਾਰੇ ਜਾਣੇ, ਜਾਂਦੇ ਰਹਿੰਦੇ ਸੀ। ਕਦੇ ਉਹ ਆਫਿਸ ਚਲੇ ਗਏ, ਭਾਜੀ ਹੁਣੀ ਵੀ ਸਾਰਾ ਆਪਦਾ ਕੰਮਕਾਰ ਛੱਡ ਕੇ, ਘੁੰਮਣ ਬ੍ਰਦਰਸ ਇਹ ਵੀ ਮੇਰੇ ਨਾਲ ਜਿੱਥੇ ਵੀ ਸਾਨੂੰ ਲੋੜ ਪੈਂਦੀ ਸੀਗੀ ਜਾਣ ਦੀ, ਇਹ ਨਾਲ ਜਾਂਦੇ ਸੀ ਮੇਰੇ। ਵਿੱਚ ਦੀ ਜਿਹੜੇ ਆ 2 ਸਾਲ ਗਏ ਆ, ਬੜਾ ਪ੍ਰੈਸ਼ਰ ਪਿਆ ਮੇਰੇ ਤੇ, ਬੜੇ ਫੋਨ ਆਏ ਕਿ ਤੁਸੀਂ ਸਮਝੌਤਾ ਕਰ ਲਓ, ਇੱਦਾਂ ਕਰ ਲਓ, ਉੱਦਾਂ ਕਰ ਲਓ। ਫਿਰ ਮੈਨੂੰ ਕਈ ਕੇਸਾਂ ਦੇ ਵਿੱਚ ਫਸਾਇਆ ਵੀ ਗਿਆ, ਬੜਾ ਜ਼ੋਰ ਵੱਜਿਆ ਕਿ ਆਹ ਕੇਸ 'ਚ ਵੀ ਫਸਾ ਦਈਏ, ਉਹ 'ਚ ਵੀ ਫਸਾ ਦਈਏ। ਪਰ ਕਹਿੰਦੇ ਜਦੋਂ ਮਨ ਸਾਫ਼ ਹੁੰਦਾ ਜੀ ਤਾਂ ਫਿਰ ਰੱਬ ਵੀ ਸਾਥ ਦਿੰਦਾ। ਸੋ ਠੀਕ ਹੈ, ਕੋਈ ਗਲਤੀ ਹੋਈ ਮੇਰੇ ਤੋਂ, ਉਹਦੀ ਮੈਨੂੰ ਸਜ਼ਾ ਮਿਲ ਗਈ, ਪਰਚਾ ਦੇ ਦਿੱਤਾ, ਠੀਕ ਹੈ। ਬਟ ਜਦੋਂ ਮੇਰੇ ਟੌਰਚਰ ਦੀ ਤੁਸੀਂ ਗੱਲ ਕਰਦੇ ਹੋ, ਜਦ ਕੁੱਟ ਪਈ, ਉਹ ਵੀ ਬੰਦਾ ਸਹਿਣ ਕਰ ਲੈਂਦਾ ਕਿ ਚਲੋ ਕੋਈ ਗੱਲ ਨਹੀਂ ਯਾਰ, ਕੁੱਟਿਆ, ਇਟਸ ਓਕੇ। ਬਟ ਜਿਹੜੀਆਂ ਉਹ ਥਾਣੇ ਦੇ ਵਿੱਚ ਮਾਹੌਲ ਸੀ, ਜਦੋਂ 10-15 ਪੁਲਿਸ ਵਾਲੇ ਬਹਿ ਕੇ ਤੁਹਾਡੇ ਘਰਦਿਆਂ ਨੂੰ, ਮਾਂ ਪਿਓ ਨੂੰ, ਭੈਣਾਂ ਨੂੰ ਜਲੀਲ ਕਰਦੇ ਆ, ਜਿਹੜੀਆਂ ਗੱਲਾਂ ਕਰਦੇ ਆ, ਤੁਹਾਨੂੰ ਵੀ ਪਤਾ ਉਹ ਕਿੱਦਾਂ ਦੀਆਂ ਗੱਲਾਂ ਕਰਦੇ ਆ, ਉਹ ਗੱਲਾਂ ਨੇ ਇੱਕ ਘਰ ਜਿਹਾ ਕਰ ਲਿਆ ਦਿਲ ਦੇ ਵਿੱਚ। ਜਿਵੇਂ ਮੇਰੇ ਫਰੈਂਡਾਂ ਨੂੰ ਵੀ ਪਤਾ ਕਿ ਮੈਂ ਕੀ ਸੀਗਾ, ਕਿੱਦਾਂ ਦਾ ਸੀਗਾ, ਚੇਂਜ ਹੋ ਗਿਆ। ਮੈਂ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬਹੁਤ ਚੇਂਜ ਹੋ ਗਿਆ ਉਹ ਤੋਂ ਬਾਅਦ, ਪਰ ਉਹ ਕਿਤੇ ਨਾ ਕਿਤੇ ਹੈਗਾ ਤਾਂ ਫਿਰ ਅਖੀਰ ਨੂੰ ਜੱਟ ਦਾ ਪੁੱਤ ਹੈ ਜੀ। ਫਿਰ ਉਹ ਬਦਲਾ ਤਾਂ ਲਊਂਗਾ, ਅੱਜ ਮਿਲ ਜਾਵੇ, ਕੱਲ ਨੂੰ ਮਿਲ ਜਾਵੇ, ਡਟਿਆ। ਮੈਂ ਤਾਂ ਐਡਾ ਕੁ ਭੈੜਾ ਇਸ ਕੰਮ ਨੂੰ, ਜਿਹੜੀ ਚੀਜ਼ ਦੇ ਮਗਰ ਪੈ ਜਾਵਾਂ ਮੈਂ ਛੱਡਦਾ ਨਹੀਂ। ਮੈਂ 2 ਸਾਲ ਹੋ ਗਏ, ਮੈਂ ਹੁਣ ਪਿੱਛੇ ਜੇ ਟੇਪ ਕਰੀ ਸੀ ਇੱਕ, ਬਟ ਉਹਦੇ ਵੀ ਹਲੇ ਵੀਡੀਓ ਕੁਛ ਨਹੀਂ ਕਰੇ, ਸਾਰਾ ਕੁਛ ਜਣੀ ਉਹ ਮੇਰੇ ਗਾਇਕੀ ਕਰੀਅਰ ਸਾਰਾ ਪੈਂਡਿੰਗ ਪਿਆ ਆ। ਮੈਂ ਉਹਦੇ ਵੱਲੋਂ ਧਿਆਨ ਛੱਡ ਕੇ ਸਾਰਾ ਇੱਧਰ ਆਇਆ ਹਾਂ। ਤੇ ਬਾਕੀ ਸਾਡੇ ਭਰਾ ਨੇ, ਇਹ ਪਹਿਲਾਂ ਤਾਂ ਵਕੀਲ ਸੀਗੇ ਸਾਡੇ, ਬਟ ਹੁਣ ਸਾਡੇ ਭਰਾ ਬਣ ਚੁੱਕੇ ਨੇ। ਨਾਲੀ ਸਤੰਬਰ 2019 ਦੀ ਉਸ ਘਟਨਾ ਦੀ ਗੱਲ ਕਰੀਏ, ਸੋਸ਼ਲ ਮੀਡੀਆ ਤੇ ਥੋੜੀ ਜਿਹੀ ਤਕਰਾਰ, ਉਹ ਤਕਰਾਰ ਤੁਹਾਨੂੰ ਚੰਡੀਗੜ੍ਹ ਖਿੱਚ ਕੇ ਲੈ ਆਂਦੀ ਹੈ। ਉਸ ਤੋਂ ਬਾਅਦ ਵੀਡੀਓ ਵਾਇਰਲ ਹੁੰਦੀਆਂ ਨੇ, ਇਹ ਵੀ ਕਿਹਾ ਜਾਂਦਾ ਹੈ ਗੋਲੀਆਂ ਚਲੀਆਂ ਨੇ, ਸੜਕਾਂ ਦੇ ਉੱਪਰ ਜਿਸ ਨੂੰ ਕਹਿੰਦੇ ਰੋਲਾ ਰੱਪਾ ਵੇਖਣ ਨੂੰ ਮਿਲਿਆ। ਕਿਹੜੇ ਵੱਲ ਨੂੰ ਤੁਰ ਪਏ? ਗਾਇਕੀ ਕਰਦੇ ਸੀ, ਚੰਗੀ ਭਲੀ ਗਾਇਕੀ ਸੀ, ਨਾ ਵੀ ਹੋ ਰਿਹਾ ਸੀ, ਆ ਕਿਹੜੇ ਕਲੇਸ਼ ਦੇ ਵਿੱਚ ਪੈ ਗਏ? ਨਹੀਂ, ਤੁਹਾਡੀ ਗੱਲ ਫੇਰ ਵਿਚਾਲੇ ਆ ਕਿ ਤਕਰਾਰ ਥੋੜੀ ਜੀ, ਉਹ ਵੀ ਤਕਰਾਰ ਵੀ ਇਹੀ, ਜਿਵੇਂ ਹੁਣ ਤਕਰਾਰ ਤਾਂ ਹੁਣ ਵੀ ਉਹੀ ਆ ਕਿ ਜਿਹੜਾ ਜਲੀਲ ਕੀਤਾ ਗਿਆ ਉਹ ਘਰ ਕਰ ਜਾਂਦਾ ਬੰਦੇ ਦੇ ਅੰਦਰ। ਕਿਉਂਕਿ ਸਾਡਾ ਜਿਹੜਾ ਪਰਿਵਾਰ ਹੈ, ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਇੱਕ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ, ਜਾਂ ਸਾਡੇ ਪਿੰਡ ਦੇ ਵਿੱਚ ਕਦੇ ਆ ਕੇ ਤੁਸੀਂ ਪਤਾ ਕਰਿਓ, ਸਾਡੇ ਦਾਦਾ ਜੀ ਦੀ, ਮੇਰੇ ਤਾਇਆ ਜੀ ਦੀ, ਮੇਰੇ ਮਾਪਿਓ ਦੀ ਇੱਕ ਬਹੁਤ ਵਧੀਆ ਰੈਪੂਟੇਸ਼ਨ ਹੈ। ਜਿਵੇਂ ਅਸੀਂ ਵਧੀਆ ਘਰਾਣਾ ਮੰਨਿਆ ਜਾਂਦਾ ਸਾਡੇ ਟੱਬਰ ਨੂੰ, ਨਾ ਅਸੀਂ ਅੱਜ ਤੱਕ ਕਦੇ ਕਿਸੇ ਨੂੰ ਮਾੜਾ ਬੋਲੇ ਆ ਤੇ ਨਾ ਹੀ ਅਸੀਂ ਕਦੇ ਸੁਣਿਆ। ਉਹ ਵੀ ਜਿਹੜੀ ਤਕਰਾਰ ਸੀ, ਉਹ ਵੀ ਬੰਦਾ ਮਾੜਾ ਚੰਗਾ ਬੋਲ ਰਿਹਾ ਸੀ ਮੇਰੇ ਲਈ, ਤਾਂ ਜਿਵੇਂ ਉਹ ਬੋਲਿਆ ਉਵੇਂ ਮੈਂ ਉਹਨੂੰ ਜਵਾਬ ਦੇ ਦਿੱਤਾ। ਫਿਰ ਉਹ ਕਹਿੰਦਾ ਕਿ ਤੂੰ ਜੱਟ ਦਾ ਪੁੱਤ ਨਹੀਂ ਹੋਏਗਾ ਜੇ ਨਾ ਆਏਗਾ, ਫਿਰ ਜੱਟ ਦੇ ਪੁੱਤ ਤਾਂ ਅਸੀਂ ਹੈਗੇ ਆ। ਚਲੋ ਠੀਕ ਆ, ਮੰਨ ਲੈਂਦੇ ਆ ਕਿ ਆਪਸੀ ਸੀਗਾ ਸਾਡਾ ਉਹ ਰੌਲਾ, ਅਸੀਂ ਆਪਸੀ ਨਿਬੇੜ ਲੈਂਦੇ। ਜਾਂ ਤਾਂ ਉੱਥੇ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਫਾਇਰ ਹੋਏ, ਅਸੀਂ ਫਾਇਰ ਕੀ ਹਵਾ 'ਚ ਕਰਨੇ ਸੀਗੇ, ਸਾਨੂੰ ਨਹੀਂ ਪਤਾ ਉੱਥੇ ਪੁਲਿਸ ਖੜੀ ਆ, ਅਸੀਂ ਇਹੋ ਜਿਹੀ ਗਲਤੀ ਥੋੜਾ ਕਰਾਂਗੇ, ਇੰਨੇ ਕੁ ਤਾਂ ਪੜ੍ਹੇ ਲਿਖੇ ਅਸੀਂ ਵੀ ਆ। ਉਹੀ ਤੁਹਾਨੂੰ ਦੱਸਿਆ ਕਿ ਬਹੁਤ ਚੀਜ਼ਾਂ ਉਹਨਾਂ ਨੇ ਐਡ ਆਨ ਕੀਤੀਆਂ ਕਿ ਐਂ ਹੋਇਆ, ਉਹ ਹੋਇਆ, ਫਲਾਨਾ ਹੋਇਆ, ਢੀਂਗਾ ਹੋਇਆ, ਇੱਧਰ ਹੋ ਗਿਆ। ਬਟ ਜੋ ਵੀ ਕੁਝ ਹੋਇਆ, ਮੇਰੇ ਯਾਰ ਦੋਸਤ, ਮੇਰੇ ਭਰਾ ਜਿੰਨੇ ਵੀ ਵਕੀਲ ਨੇ, ਸਾਰੇ ਜਾਣੇ ਜੇ ਹੀ ਹੌਸਲਾ ਤੋੜ ਜਾਂਦੇ ਤਾਂ ਫਿਰ ਸ਼ਾਇਦ ਮੈਂ ਅੱਜ
ਲੜਾਈ ਨਾ ਲੜਦਾ, ਪਰ ਜਿੰਨਾ ਹੌਸਲਾ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਦਿੱਤਾ, ਮੈਨੂੰ ਇੱਕ ਯਾਰ ਦੋਸਤ ਨੇ ਮੇਰੇ ਨੇ ਐ ਨਹੀਂ ਕਿਹਾ ਕਿ ਐਲੀ ਆਪਾਂ ਫੈਸਲਾ ਕਰ ਲਈਏ ਛੱਡ ਖੜਾ। ਉਹਨਾਂ ਨੂੰ ਵੀ ਪਤਾ ਸਾਰਿਆਂ ਨੂੰ ਕਿ ਮੇਰਾ ਸੁਭਾਅ ਕਿੱਦਾਂ ਦਾ, ਕਿਉਂਕਿ ਅਸੀਂ ਅੱਜ ਦੇ ਨਹੀਂ ਹੈਗੇ ਜਿੰਨੇ ਵੀ ਮੇਰੇ ਨਾਲ ਨੇ, ਅਸੀਂ ਬਚਪਨ ਦੇ ਹੀ ਲਾ ਲਓ, ਸਕੂਲ ਟਾਈਮਿੰਗ ਦੇ ਫਰੈਂਡ ਆ। ਨਵੇਂ ਫਰੈਂਡ ਮੈਂ ਬਹੁਤ ਘੱਟ ਬਣਾਉਣਾ, ਮੈਂ ਆਪਣੇ ਬੰਦਿਆਂ 'ਚ ਹੀ ਰਹਿ ਕੇ ਖੁਸ਼ ਹਾਂ। ਸੋ ਉਹਨਾਂ ਨੇ ਹੌਸਲਾ ਦਿੱਤਾ ਸਾਰਿਆਂ ਨੇ। ਤੇ ਬਾਕੀ ਭਾਜੀ ਹੁਣਾਂ ਨਾਲ ਜਦੋਂ ਮਿਲੇ ਬੈਠੇ, ਇਹਨਾਂ ਨਾਲ ਗੱਲਬਾਤ ਕੀਤੀ, ਮੈਨੂੰ ਅੱਜ ਵੀ ਯਾਦ ਆ ਜਦੋਂ ਮੈਨੂੰ ਪਹਿਲੀ ਵਾਰੀ ਸਾਡੀ ਫੋਨ ਤੇ ਗੱਲ ਹੋਈ ਸੀ। ਪਤਾ ਨਹੀਂ ਆਹ ਵੀਰ ਜੀ ਸੀਗੇ, ਪਤਾ ਨਹੀਂ ਆਹ ਵੀਰ ਜੀ ਸੀ, ਦੋਨਾਂ 'ਚ ਇੱਕ ਜਣੇ ਦਾ ਫੋਨ ਆਇਆ ਸੀ। ਉਹ ਕਹਿੰਦੇ ਬਈ ਅਸੀਂ ਤੇਰਾ ਕੇਸ ਤਾਂ ਲੜਾਂਗੇ ਜੇ ਤੂੰ ਪੈਰ ਪਿੱਛੇ ਨਹੀਂ ਪੱਟੇਗਾ, ਕਿ ਅਸੀਂ ਤੇਰਾ ਕੇਸ ਤਾਂ ਲੜਾਂਗੇ ਕਿ ਜੇ ਤੂੰ ਕੱਲ ਨੂੰ ਫੈਸਲਾ ਹੀ ਕਰਨਾ ਉਹਨਾਂ ਦੇ ਨਾਲ, ਜਾਂ ਤੂੰ ਦਬ ਜਾਣਾ ਜਾਂ ਕੁਛ ਵੀ ਆ, ਕਿ ਫੇਰ ਅਸੀਂ ਤੇਰਾ ਕੇਸ ਨਹੀਂ ਲੜਨਾ। ਤੇ ਅਸੀਂ ਬਹਿ ਕੇ ਸਲਾਹ ਕੀਤੀ ਸਾਰੇ ਜਣਿਆਂ ਨੇ। ਮੈਂ ਕਿਹਾ ਯਾਰ ਲੜਨਾ ਤਾਂ ਆਪਾਂ ਹੀ ਆ। ਮੈਨੂੰ ਹਲੇ ਮੇਰੇ ਨਾਲ ਦੇ ਕਹਿੰਦੇ ਸੀ ਯਾਰ, ਕਹਿੰਦੇ ਤੂੰ ਤਾਂ ਖੜ ਜਾਏਗਾ, ਇਹ ਨਾ ਭੱਜਣ। ਫੇਰ ਮੈਂ ਇਹਨਾਂ ਨੂੰ ਇਹ ਗੱਲ ਕਹੀ, ਮੈਂ ਭਾਜੀ ਮੈਂ ਤਾਂ ਖੜੂੰਗਾ, ਤੁਸੀਂ ਵੀ ਨਾ ਪੈਰ ਪਿੱਛੇ ਪੱਟਿਓ। ਇਹ ਕਹਿੰਦੇ ਅਸੀਂ ਵਕਾਲਤ ਟੌਰ ਟੱਪੇ ਲਈ ਕਰਦੇ ਆ, ਸਾਡਾ ਸ਼ੌਂਕ ਹੈ, ਅਸੀਂ ਪੈਸਿਆਂ ਲਈ ਜਾਂ ਹੋਰ ਕੰਮ ਲਈ ਨਹੀਂ ਕਰਦੇ, ਸਾਡਾ ਸ਼ੌਂਕ ਹੈ, ਸਾਡਾ ਪੈਸ਼ਨ ਹੈ, ਅਸੀਂ ਤਾਂ ਕੰਮ ਕਰਦੇ ਆ ਕਿ ਸਾਨੂੰ ਵਧੀਆ ਲੱਗਦਾ ਹੈ ਜਿਹਾ ਕੰਮ ਕਰਕੇ। ਕਿ ਅਸੀਂ ਫਿਰ ਜਦ ਇਹਨਾਂ ਦਾ ਰਹਿਣ ਸਹਿਣ ਦੇਖਿਆ, ਸਾਰਾ ਕੁਝ ਦੇਖਿਆ, ਭਾਜੀ ਉਹਨਾਂ ਨਾਲ ਬੈਠੇ ਉੱਠੇ ਸੁਭਾਅ ਦੇਖਿਆ, ਫਿਰ ਵਾਕਈ ਲੱਗਿਆ ਕਿ ਇਹ ਬੰਦੇ ਨਹੀਂ ਭੱਜਦੇ। ਗਾਣਿਆਂ ਦੇ ਵਿੱਚ ਕਈ ਵਾਰ ਕਿਹਾ ਜਾਂਦਾ ਹੈ ਬਈ ਬੋਲ ਇਹੋ ਜਿਹੇ ਹੁੰਦੇ ਨੇ ਜਿਸ ਦੇ ਵਿੱਚ ਡਾਇਰੈਕਟ ਪੁਲਿਸ ਨਾਲ ਪੰਗਾ ਲੈਣ ਦੀ ਗੱਲ ਹੁੰਦੀ ਹੈ। ਹੁਣ ਅਸਲ ਦੇ ਵਿੱਚ ਜਦੋਂ ਪੁਲਿਸ ਨਾਲ ਵਾਹ ਪਿਆ, ਕਿੰਨਾ ਕੁ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ? ਬਦਲਾਅ ਤਾਂ ਇਹੀ ਆਇਆ, ਜਿਹੜਾ ਕੰਮ ਅਸੀਂ ਕਰਦੇ ਸੀਗੇ ਉਹ ਤੋਂ ਥੋੜਾ ਜਿਹਾ ਹਟ ਕੇ, ਪਹਿਲਾਂ ਵੀ ਜ਼ੋਰ ਲਾਉਂਦੇ ਹੁੰਦੇ ਸੀ ਕਿ ਸਾਰਿਆਂ ਨਾਲੋਂ ਵਧੀਆ ਚੀਜ਼ ਦਈਏ ਮਾਰਕੀਟ 'ਚ, ਸਾਰਿਆਂ ਨਾਲੋਂ ਅੱਡ ਚੀਜ਼ ਦਈਏ ਮਾਰਕੀਟ 'ਚ, ਸਾਰਿਆਂ ਨਾਲੋਂ ਵਧੀਆ ਕੰਮ ਕਰੀਏ। ਉਹ ਕਿਸੇ ਹੋਰ ਚੀਜ਼ ਲਈ ਕਰਦੇ ਹੁੰਦੇ ਸੀ। ਹੁਣ ਸਾਡਾ ਮੋਟਿਵ ਕੁਝ ਹੋਰ ਆ ਕਿ ਸਾਰਿਆਂ ਨਾਲੋਂ ਵਧੀਆ ਕੰਮ ਕਰੀਏ, ਲੋਕਾਂ ਲਈ ਇੱਕ ਐਗਜ਼ਾਮਪਲ ਸੈੱਟ ਕਰੀਏ। ਕਿਸ ਤਰ੍ਹਾਂ ਦਾ ਕੰਮ, ਕਿਸ ਤਰ੍ਹਾਂ ਦਾ ਐਗਜ਼ਾਮਪਲ? ਕਿ ਜਿਹੜੇ ਲੋਕਾਂ ਦੇ ਹੁਣ ਪਤਾ ਨਹੀਂ ਕਿੰਨਿਆਂ ਦੇ ਕੁੱਟ ਵਿਚਾਰਿਆਂ ਦੇ ਰੋਜ਼ ਪੈਂਦੀ ਆ, ਉਹ ਬਾਹਰ ਆ ਕੇ ਚੁੱਪ ਕਰ ਜਾਂਦੇ ਆ ਕਿ ਯਾਰ ਠੀਕ ਆ ਤੁਹਾਡੀ ਗਲਤੀ ਹੋਈ, ਤੁਹਾਨੂੰ ਪਰਚਾ ਦੇਤਾ ਉਹਨਾਂ ਨੇ, ਤੁਹਾਨੂੰ ਸਜ਼ਾ ਹੋ ਗਈ, ਉਹ ਡਿਫਰੈਂਟ ਸਟੋਰੀ ਆ। ਪਰ ਕਿਸੇ ਨੂੰ ਆਪਾਂ ਇਹ ਹੱਕ ਨਹੀਂ ਦਿੰਦੇ ਕਿ ਯਾਰ ਕੁੱਟੋ, ਕਿਸੇ ਨੂੰ ਜਲੀਲ ਕਰੋ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੋ। ਆਮ ਨਾਰਮਲ ਲਾਈਫ ਦੇ ਵਿੱਚ ਵੀ ਤੁਸੀਂ ਕਿਸੇ ਨੂੰ ਗਾਲ ਕੱਢਦੇ ਹੋ, ਅਗਲਾ ਮੂਹਰੋਂ ਤੁਹਾਨੂੰ ਟੁੱਟ ਕੇ ਪੈਂਦਾ। ਪਰ ਇੱਕ ਕਮਰੇ ਦੇ ਵਿੱਚ ਐਡੇ ਕੁ ਕਮਰੇ 'ਚ ਤੁਹਾਨੂੰ 15 ਜਣੇ ਗਾਲਾਂ ਕੱਢਦੇ ਹੋਣ ਤੇ ਤੁਹਾਡੇ ਕੁੱਟਮਾਰ ਹੁੰਦੀ ਹੋਵੇ, ਤੁਹਾਡੀ ਜਲੀਲ ਕਰਦੇ ਹੋਣ, ਤਾਂ ਫਿਰ ਬੰਦੇ ਨੂੰ ਗੁੱਸਾ ਤਾਂ ਲੱਗਦਾ ਹੀ ਆ। ਤੇ ਉਹ ਗੁੱਸਾ ਅੱਜ ਵੀ ਮਨ ਦੇ ਵਿੱਚ ਘਰ ਕਰਕੇ ਬੈਠਾ। ਕਰਾਂਗੇ ਜੀ, ਜਿੰਨਾ ਟਾਈਮ ਲੜ ਹੋਊਗਾ ਲੜਾਂਗੇ। ਫਿਰ ਮੈਂ ਤਾਂ ਨਜ਼ਰ ਆਂਦੀ ਹੈ ਉਹ ਰਾਤ ਕਿਤੇ ਕਿਤੇ ਮਾਹੌਲ ਹੋ ਜਾਂਦਾ। ਅਸੀਂ ਰਾਤ ਵੀ ਗੱਲਾਂ ਕਰਦੇ ਸੀਗੇ, ਰਾਤ ਹੀ ਗੱਲ ਕਰਦੇ ਸੀ। ਮੈਂ ਕਿਹਾ ਯਾਰ ਚਿੰਟੂ, ਕਿ ਜੋ ਹੋਇਆ ਆਪਣੇ ਨਾਲ ਹੋਇਆ ਤਾਂ ਗਲਤ ਆ, ਪਰ ਮੈਂ ਕਿਹਾ ਯਾਰ ਆਪਾਂ ਜੰਗ ਛੱਡਣੀ ਨਹੀਂ, ਇਹ ਕਿ ਆਪਾਂ ਲੜਾਂਗੇ। ਉਹ ਫਿਰ ਰਾਤ ਨੂੰ ਫਿਰ ਉਹੀ ਸਾਰਾ ਕੁਝ ਦਿਮਾਗ 'ਚ ਘੁੰਮਿਆ। ਉਹਨੂੰ ਵੀ ਇਹੋ ਜਿਹਾ ਸੁਪਨਾ ਆਇਆ, ਮੈਨੂੰ ਉੱਠ ਕੇ ਕਹਿੰਦਾ 6 ਵਜੇ, ਕਹਿੰਦਾ ਯਾਰ ਤੇਰੇ ਕਿਸੇ ਨੇ ਫੈਰ ਮਾਰੇ, ਐਂ ਕਰਿਆ। ਮੈਂ ਕਿਹਾ ਉਹ ਆਪਾਂ ਗੱਲਾਂ ਉਦਾਂ ਦੀਆਂ ਕਰਦੇ ਸੀ, ਉਹ ਤਾਂ ਕਰਕੇ ਉਹੋ ਜਿਹਾ ਮਾਹੌਲ ਬਣ ਗਿਆ, ਤਾਂ ਕਰਕੇ ਤੈਨੂੰ ਉਹੋ ਜਿਹਾ ਸੁਪਨਾ ਆ ਗਿਆ। ਕਿ ਕੋਈ ਗੱਲ ਨਹੀਂ। ਮੈਂ ਇਹਨੂੰ ਫਿਰ ਹਾਸੇ 'ਚ ਕਿਹਾ, ਮੈਂ ਯਾਰ ਇੱਕ ਗੋਲੀ ਨਾਲ ਤਾਂ ਨਹੀਂ ਆਪਾਂ ਮਰਦੇ, ਗਧਿਆਂ ਵਰਗੇ ਪਏ ਆ, ਇੱਕ ਅੱਧੀ ਨਾਲ ਤਾਂ ਨਹੀਂ ਮਰਦੇ। ਹਾਂ ਜੇ ਵੱਜੀ ਮੱਥੇ 'ਚ ਫਿਰ ਤਾਂ ਕਹਿਣਾ ਕੀ ਆ। ਉਹਦਾ ਚਲੋ ਵਿੱਚ ਦੀ ਹਾਸਾ ਕਰ ਲੈਂਦੇ ਆ, ਪਰ ਗੱਲਾਂ ਕਈ ਵਾਰੀ ਉਹ ਚੇਤੇ ਆਉਂਦੀਆਂ ਨੇ। ਜਦੋਂ ਮੈਂ ਆਪਦੇ ਮਾਪਿਓ ਨੂੰ ਦੇਖਦਾ, ਮੇਰੇ ਖੂਨ ਜਿਹਾ ਖੌਲਦਾ ਇੱਕ ਵਾਰੀ ਕਿ ਯਾਰ ਨਹੀਂ ਯਾਰ ਗਲਤ ਹੋਇਆ ਉਹ। ਕਿ ਮੈਂ ਅੱਜ ਤੱਕ ਨਾ ਕਿਸੇ ਨੂੰ ਮਾੜਾ ਚੰਗਾ ਬੋਲਿਆ, ਅਨਲੈਸ ਮੈਨੂੰ ਕੋਈ ਬੰਦਾ ਬੋਲਦਾ ਮੈਂ ਜਵਾਬ ਹਮੇਸ਼ਾ ਦਿੱਤਾ। ਪਰ ਜਦੋਂ ਉਹ ਵੀ ਬੋਲੇ ਸੀ, ਪਹਿਲਾਂ ਮੈਂ ਉਹਨਾਂ ਦੀਆਂ ਸਾਰੀਆਂ, ਮੈਂ ਦੱਸਿਆ ਅੱਗੇ ਵੀ, ਮੈਂ ਉਹਨਾਂ ਦੀਆਂ ਹੋਰ ਵੀਡੀਓ ਵੀ ਦੇਖੀਆਂ, ਹਰੇਕ ਕਲਾਕਾਰ ਨੂੰ ਹੀ ਬੋਲਦੇ ਸੀ। ਬਾਕੀ ਕਲਾਕਾਰ ਸਿਆਣੇ ਨੇ ਭਾਈ, ਉਹ ਕਲਾਕਾਰ ਨੇ, ਅਸੀਂ ਕਲਾਕਾਰ ਨਹੀਂ ਹੈਗੇ। ਅਸੀਂ ਤਾਂ ਇੱਕ ਨਾਰਮਲ ਜਿਹੇ ਬੰਦੇ ਆ, ਨਾਰਮਲ ਫੈਮਿਲੀ ਨੂੰ ਬਿਲੋਂਗ ਕਰਦੇ ਆ। ਸ਼ੌਂਕ ਸੀਗਾ ਗਾਉਣ ਦਾ, ਗਾ ਲਿਆ, ਕਲਾਕਾਰ ਬਣ ਗਏ, ਲੋਕਾਂ ਨੇ ਪਸੰਦ ਕਰਿਆ। ਫਿਰ ਹੁਣ ਜਿਹੜੇ ਲੋਕ ਆਪਣੇ ਤੇ ਮਾਣ ਕਰਦੇ ਆ, ਤਾਂ ਮੈਂ ਉਹਨਾਂ ਨੂੰ ਕਦੇ ਲੈਟ ਡਾਊਨ ਨਹੀਂ ਕਰੂੰਗਾ, ਉਹ ਕਿਸੇ ਵੀ ਵੇ ਨਾਲ ਹੋਵੇ। ਐ ਨਹੀਂ ਹੈਗਾ ਕਿ ਮੈਨੂੰ ਕੋਈ, ਕਿ ਮੈਂ ਬਹੁਤ ਘੈਂਟ ਆ, ਮੈਂ ਲੜਾਈ, ਮੈਂ ਭਲਵਾਨਾਂ ਦਾ ਮੁੰਡਾ, ਮੈਂ ਲੜਦਾ ਹੀ ਰਹਿਣਾ, ਇਦਾਂ ਦੀ ਗੱਲ ਨਹੀਂ। ਬਟ ਹਾਂਜੀ ਦੁਨੀਆਦਾਰੀ ਦੇਖੀ ਆ, ਬੜੇ ਸ਼ਹਿਰਾਂ 'ਚ ਘੁੰਮੇ ਆ, ਇੱਥੋਂ ਹੀ ਗਏ ਆ, ਇੰਡੀਆ ਤੋਂ ਹੀ 2009 ਦੇ ਵਿੱਚ ਬਾਹਰ ਗਿਆ ਸੀ, ਬੜਾ ਕੁਝ ਦੇਖਿਆ ਆ। ਪਰ ਮੈਂ ਆਪਣੇ ਚਾਹਣ ਵਾਲਿਆਂ ਨੂੰ ਕਦੇ ਲੈਟ ਡਾਊਨ ਨਹੀਂ ਕਰੂੰਗਾ। ਬਿਲਕੁਲ ਲੈਟ ਡਾਊਨ ਨਹੀਂ ਕਰੂੰਗਾ। ਲੇਕਿਨ ਅੱਜ ਜਿਹੜੀ ਐਲੀ ਮੰਗਟ ਨਾਲ ਜਿਹੜਾ ਇਸ ਦਾ ਪੂਰਾ ਮਾਮਲਾ ਤਸ਼ੱਦਦ ਆ, ਉਸ ਨੂੰ ਲੈ ਕੇ ਜਿਹੜੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ, ਕਿਉਂਕਿ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ ਔਰ ਐਲੀ ਮੰਗਟ ਦਾ ਕੇਸ ਲੜਨ ਵਾਲੇ ਘੁੰਮਣ ਬ੍ਰਦਰ ਜਿਹੜੇ ਨੇ ਉਹ ਵੀ ਮੇਰੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅਪਡੇਟ ਕੀ ਹੈ। ਕਿਉਂਕਿ ਇੱਕ ਵੱਡੀ ਖਬਰ ਆ ਰਹੀ ਹੈ ਔਰ ਪੁਲਿਸ ਨੂੰ
ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆਇਆ, ਕਿਉਂਕਿ ਸੁਣਵਾਈ ਦੇ ਵਿੱਚ ਕਿਤੇ ਨਾ ਕਿਤੇ ਫਟਕਾਰ ਤੇ ਲੱਗੀ ਹੈ ਪੁਲਿਸ ਨੂੰ। ਇਸ ਤੋਂ ਇਲਾਵਾ ਇੱਕ ਹੋਰ ਝਟਕੇ ਵਾਲੀ ਖਬਰ ਵੀ ਹੈ, ਗੱਲਬਾਤ ਕਰ ਲੈਣੇ ਹਾਂ ਜੀ। ਕਿਸ ਤਰ੍ਹਾਂ ਦਾ ਰਿਹਾ ਆ ਸਾਰਾ ਦਾ ਸਾਰਾ ਅਗਰ ਕੇਸ ਦੀ ਗੱਲ ਕਰੀਏ, ਔਰ ਹੁਣ ਸਭ ਤੋਂ ਪਹਿਲਾਂ ਅਪਡੇਟ ਤੇ ਹੀ ਸਾਂਝ ਪਾ ਦਿਓ ਕਿ ਕਿਸ ਤਰ੍ਹਾਂ ਦੀ ਨਵੀਂ ਅਪਡੇਟ ਹਾਈ ਕੋਰਟ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ। ਦੇਖੋ, ਮੈਂ ਪਹਿਲਾਂ ਅਪਡੇਟ ਦਊਂਗਾ ਕਿ ਹਾਈ ਕੋਰਟ ਦੇ ਵਿੱਚ ਅਸੀਂ 19 ਫਰਵਰੀ 2021 ਨੂੰ ਇੱਕ ਪਟੀਸ਼ਨ ਪਾਈ ਅੱਕ ਕੇ ਕਿ ਜਦੋਂ 20/8/2020 ਨੂੰ ਇੱਕ ਸਿੱਟ ਦੀ ਰਿਪੋਰਟ ਆਉਂਦੀ ਹੈ, ਉਸ ਰਿਪੋਰਟ ਦੇ ਵਿੱਚ ਕਲੀਅਰ ਕੱਟ ਇਹਨਾਂ ਨੇ ਮੈਨ ਹੈਂਡਲਿੰਗ ਵੀ ਮੰਨ ਲਈ, ਇਹਨਾਂ ਨੇ ਪੈਸੇ ਵੀ ਮੰਨ ਲਏ $7,000 ਆਸਟ੍ਰੇਲੀਅਨ ਡਾਲਰ, ਔਰ 6-7 ਮੁਲਾਜ਼ਮਾਂ ਤੇ ਕਾਰਵਾਈ ਦੀ ਰეკਮੈਂਡੇਸ਼ਨ ਕੀਤੀ ਡੀਜੀਪੀ ਆਫਿਸ ਵੱਲੋਂ, ਔਰ ਐਸਐਸਪੀ ਮੋਹਾਲੀ ਨੂੰ ਕਿਹਾ ਗਿਆ ਕਿ ਫॉर ਫਰਦਰ ਐਕਸ਼ਨ ਤੁਸੀਂ ਕਾਰਵਾਈ ਕਰੋ। ਪਰ ਇਟਸ ਵੈਰੀ ਅਨਫੋਰਚੂਨੇਟ, ਮੈਂ ਤੁਸੀਂ ਕਹਿ ਲਓ ਬਦਕਿਸਮਤੀ ਕਹਿ ਲਓ, ਕਿ 6 ਮਹੀਨੇ ਡਿੱਕਣ ਤੋਂ ਬਾਅਦ ਹਾਰ ਕੇ ਅਸੀਂ ਮਾਣਯੋਗ ਹਾਈ ਕੋਰਟ 'ਚ ਗਏ। ਹਾਈ ਕੋਰਟ ਦੇ ਵਿੱਚ ਅਸੀਂ 19 ਫਰਵਰੀ ਨੂੰ ਐਲੀ ਕੋਰਟ ਦੇ ਵਿੱਚ ਆਇਆ। ਮੈਂ ਕਿਹਾ ਐਲੀ, ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਪਿਆ ਵੀ ਡੀਜੀਪੀ ਸਾਹਿਬ ਨੇ ਇਨਸਾਫ ਦੇਣਾ ਹੈ। ਉਹਨਾਂ ਦੀ ਕਚਹਿਰੀ 'ਚ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਦਬਦਬਾ ਹੈ, ਉਹ ਭਾਵੇਂ ਕਿਸੇ ਡਾਇਰੈਕਟਲੀ ਇਨਡਾਇਰੈਕਟਲੀ ਕੋਈ ਪੋਲੀਟੀਕਲ ਬੰਦਾ ਇਨਵੋਲਵ ਹੈ, ਮੈਂ ਉਹਦਾ ਨਾਮ ਨਹੀਂ ਲਊਂਗਾ, ਪਰ ਮੈਨੂੰ ਹੈਂਕੀ ਪੈਂਕੀ ਲੱਗ ਰਹੀ ਹੈ। ਸੋ ਅਸੀਂ ਹਾਈ ਕੋਰਟ 'ਚ ਗਏ। ਹਾਈ ਕੋਰਟ ਨੇ 19/2 ਨੂੰ ਅਸੀਂ ਰਿਟ ਦਾਖਲ ਕੀਤੀ, ਜਿਹਦੇ 'ਚ ਅਸੀਂ ਸਾਰੇ ਸਬੂਤ ਲਾਤੇ, ਇਹਦੀ MLR ਦੀ ਰਿਪੋਰਟ, ਕੋਰਟ ਦਾ ਆਰਡਰ, ਜਦੋਂ ਇਹਨੂੰ ਲਾਸਟ ਪ੍ਰੋਡਕਸ਼ਨ ਵੰਡ ਤੇ ਲੈ ਕੇ ਗਏ ਨੇ, ਜਦੋਂ ਫੋਨ ਸਵਿਚ ਆਫ ਕੀਤੇ ਨੇ। ਸਰ, ਅਸੀਂ ਇਸ ਕੇਸ ਦੇ ਵਿੱਚ, ਮੈਂ ਇਸ ਕੇਸ 'ਚ ਇਹ ਦੇਖਿਆ ਸੀ ਕਿ ਯਾਰ ਅਸੀਂ ਹਾਈ ਕੋਰਟ ਨਹੀਂ ਜਾਵਾਂਗੇ ਫਟਾਫਟ, ਕਿਉਂਕਿ ਸਮਟਾਈਮ ਜੱਜਿਸ ਕਹਿ ਦਿੰਦੇ ਨੇ ਕਿ ਤੁਸੀਂ ਬੜਾ ਹਰੀ ਸਿਚੁਏਸ਼ਨ 'ਚ ਆ ਜਾਂਦੇ ਹੋ, ਥੋੜ੍ਹਾ ਜਿਹਾ ਪੁਲਿਸ ਨੂੰ ਟਾਈਮ ਦਿਓ। ਪਰ 19/2 ਨੂੰ ਵਨੀਤ ਜੀ ਜਦੋਂ ਅਸੀਂ ਦਾਖਲ ਕੀਤੀ, ਮੈਂ ਜੱਜ ਸਾਹਿਬ ਨੂੰ ਸਾਰੇ ਫੈਕਟ ਸਰਪ੍ਰਾਈਜ਼ ਕਰਾਏ, ਐਲੀ ਮੰਗਟ ਜੀ ਨਾਲ ਬੈਠੇ ਸੀਗੇ। ਅਸੀਂ ਦੋਨਾਂ ਬ੍ਰਦਰਜ਼ ਨੇ ਜਦੋਂ ਦੱਸਿਆ ਤਾਂ ਜੱਜ ਸਾਹਿਬ ਨੇ ਕਨਸਾਈਜ਼ ਸਟੇਟਸ ਰਿਪੋਰਟ ਸਰਕਾਰ ਨੂੰ ਹੁਕਮ ਕਰਤਾ 19 ਫਰਵਰੀ 2021 ਨੂੰ। ਸਰ, ਇੱਕ ਨਵੀਂ ਚੀਜ਼ ਨਿਕਲ ਕੇ ਕੀ ਆਉਂਦੀ ਹੈ, ਡੇਟ ਤੋਂ ਪਹਿਲਾਂ ਮਈ 'ਚ ਡੇਟ ਸੀ, ਥਰਡ ਜਿਹੜੀ ਸੈਕੰਡ ਵੇਵ ਹੈ ਉਹ ਕਰੋਨਾ ਦੀ ਆ ਜਾਂਦੀ ਹੈ, ਸੋ ਲਿਸਟ ਨਹੀਂ ਹੋਇਆ। ਉਹ ਹੁਣ ਸਾਡਾ ਲਿਸਟ ਹੋਇਆ ਸੀ 2 ਸਤੰਬਰ ਨੂੰ। ਸਰ, ਉਸ ਦਿਨ 112 ਤੇ ਲੱਗਿਆ, ਹਜੇ ਜਸਟ ਮੈਂ ਸਟਾਰਟ ਕੀਤਾ ਕਿ ਸਰ ਦਿਸ ਇਜ਼ ਦੀ ਕੇਸ, ਵੀ ਆਹ ਪੁਲਿਸ ਨੇ ਕੀਤਾ ਜਾਂ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਵਨੀਤ ਜੀ, ਜੱਜ ਸਾਹਿਬ ਨੇ ਮੈਨੂੰ ਸਟਾਰਟਿੰਗ 'ਚ ਹੀ ਇੱਦਾਂ ਕੀਤਾ ਵੀ ਘੁੰਮਣ ਸਾਹਿਬ, ਮੈਂ ਕੇਸ ਸਾਰਾ ਪੜ੍ਹ ਕੇ ਆਇਆ, ਵੈਲ ਡਰਾਫਟਡ ਹੈ, ਔਰ ਨਾਲ ਦੀ ਨਾਲ ਹੀ ਸਰ ਉਹਨਾਂ ਨੇ ਪੰਜਾਬ ਪੁਲਿਸ ਜਿਹੜਾ ਪੇਸ਼ ਹੋਏ ਸਰਕਾਰੀ ਵਕੀਲ ਸਾਹਿਬ ਸਾਡੇ ਪੰਜਾਬ ਸਟੇਟ ਦੇ, ਉਹਨਾਂ ਨੂੰ ਇੱਕੋ ਗੱਲ ਕਹੀ ਕਿ ਡਿਲੇ ਕਿਹੜੀ ਗੱਲ ਦੀ। ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਕਿ ਹਾਇਰ ਅਥਾਰਟੀਜ਼ ਕੋਲ ਪੈਂਡਿੰਗ ਹੈ। ਉਹ ਕਹਿੰਦੇ ਕੀ ਕੋਈ ਜਸਟੀਫਿਕੇਸ਼ਨ ਨਹੀਂ ਵੀ ਹਾਇਰ 6-7 ਮਹੀਨੇ ਹੋ ਗਏ। ਉਹ ਕਹਿੰਦੇ ਕੌਨਸਟੀਟਿਊਸ਼ਨਲ ਜਿਹੜੀਆਂ ਸਾਡੀਆਂ ਤੁਸੀਂ ਕਹਿ ਲਓ ਡਿਗਨਿਟਰੀਜ਼ ਨੇ, ਬੈਂਚਿਸ ਨੇ ਵੱਡੇ, ਜਦੋਂ ਉਹ ਸਟੇਟਸ ਰਿਪੋਰਟ ਕਹਿ ਰਹੇ ਨੇ ਤਾਂ ਤੁਸੀਂ 7 ਮਹੀਨੇ ਕਿੱਥੇ ਰਹੇ ਹੋ। ਸੋ ਹਾਈ ਕੋਰਟ ਨੇ ਇਸ ਕੇਸ ਦੇ ਵਿੱਚ ਵਨੀਤ ਜੀ ਜਿਹੜੀ ਵੱਡੀ ਫਟਕਾਰ ਪੰਜਾਬ ਸਰਕਾਰ ਨੂੰ ਪਾ ਕੇ, ਝਾੜ ਪਾ ਕੇ, ਔਰ ਜੋ ਉੱਥੇ ਗਵਰਨਮੈਂਟ ਪਲੀਡਰ ਸੀਗਾ ਉਹ ਬਾਰ-ਬਾਰ ਇਹ ਮੰਗ ਰਿਹਾ ਸੀਗਾ ਕਿ ਮੈਨੂੰ 1 ਹਫ਼ਤੇ ਦਾ ਟਾਈਮ ਦੇ ਦਿਓ, ਉਹ ਕਹਿੰਦੇ ਬਿਲਕੁਲ ਨਹੀਂ। ਸੋ ਉਹਨਾਂ ਨੇ ਜਿਹੜੀ ਪੰਜਾਬ ਸਰਕਾਰ ਨੂੰ 20,000 ਰੁਪਈਆ ਜਿਹੜੀ ਪੰਜਾਬ ਸਰਕਾਰ ਨੂੰ ਕੋਸਟ ਪਾਈ ਹੈ, ਜੁਰਮਾਨਾ ਲਾਇਆ ਹੈ, ਇਸ ਗੱਲ ਦਾ ਵੀ ਤੁਸੀਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ। ਸੋ ਤੁਹਾਡੇ ਤੋਂ ਸਟੇਟਸ ਰਿਪੋਰਟ ਮੰਗੀ ਸੀ ਹਾਈ ਕੋਰਟ ਨੇ, ਤੁਸੀਂ ਨਹੀਂ ਦਿੱਤੀ, ਕੋਈ ਐਕਸਪਲੇਨੇਸ਼ਨ ਨਹੀਂ ਤੁਸੀਂ ਦੇ ਸਕੇ ਠੋਸ। ਸੋ 20,000 ਰੁਪਈਆ ਜੁਰਮਾਨਾ ਲਾਉਣ ਤੋਂ ਬਾਅਦ 7/10 ਉਹਨਾਂ ਨੇ ਫਿਕਸ ਕਰ ਦਿੱਤੀ ਹੈ ਨੈਕਸਟ ਹੀਅਰਿੰਗ ਤੇ। ਸੋ ਵੱਡਾ ਆਰਡਰ ਜਿਹੜਾ ਹੈ ਉਹ ਹਾਈ ਕੋਰਟ ਤੋਂ, ਮਾਣਯੋਗ ਹਾਈ ਕੋਰਟ ਤੋਂ ਦੇਖੋ ਅਸੀਂ ਲੈ ਕੇ ਆਏ ਹਾਂ, ਉਹ ਵਕੀਲ ਸਾਹਿਬ ਦੇ ਹੱਥ ਦੇ ਵਿੱਚ ਆਰਡਰ ਹੈ, ਔਰ ਅਸੀਂ ਇਹ ਚੀਜ਼ ਕਹਾਂਗੇ ਕਿ ਸਟੇਟ ਆਫ ਪੰਜਾਬ ਲਈ ਇੱਕ ਮੈਂ ਕਹੂੰਗਾ ਕਿ ਇੱਕ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਸਾਡੀ ਸਟੇਟ ਲਈ, ਜਦੋਂ ਹਾਈ ਕੋਰਟ ਦਾ ਜਿਹੜਾ ਰਵੱਈਆ ਸੀ ਉਹ ਬੜਾ ਸਖਤ ਸੀ ਜੱਜ ਸਾਹਿਬ ਦਾ। ਦੇਖੋ ਜਦੋਂ ਕੋਸਟ ਪੈਂਦੀ ਹੈ ਭਾਜੀ, ਰੇਅਰੈਸਟ ਕੇਸ 'ਚ ਕੋਸਟ ਪੈਂਦੀ ਹੈ, ਔਰ ਗਵਰਨਮੈਂਟ ਜਿਹੜਾ ਸਾਈਡ ਤੋਂ ਸਾਡਾ ਕੌਂਸਲ ਪੇਸ਼ ਹੋਏ ਨੇ ਉਹ ਬਾਰ-ਬਾਰ ਕਹਿ ਰਹੇ ਨੇ ਕੋਰਟ 'ਚ ਵੀ ਸਰ ਮੈਨੂੰ 1 ਦੇ ਦਿਓ, 1 ਦੇ ਦਿਓ, ਲਿੜਕੜੀਆਂ ਜਿੱਦਾਂ ਆਪਾਂ ਲੈਂਦੇ ਹਾਂ, ਪਰ ਉਹਨਾਂ ਨੇ ਕਿਹਾ ਨਹੀਂ, ਇਨਫ ਇਜ਼ ਇਨਫ, ਕੋਈ ਜਸਟੀਫਿਕੇਸ਼ਨ ਨਹੀਂ। ਸੋ 20,000 ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ, ਇਹਨਾਂ ਨੂੰ ਕੋਸਟ ਪਈ ਹੈ ਪੰਜਾਬ ਸਰਕਾਰ ਨੂੰ, ਇਸ ਕਰਕੇ ਪਈ ਹੈ ਕਿ ਜਿਹੜਾ ਇਸ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਵੀ ਕਿਉਂ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਵਰਡ ਯੂਜ਼ ਕੀਤੇ ਕਿ ਤੁਸੀਂ ਜੰਗਲ ਰਾਜ ਬਣਾਤਾ। ਸੈਕਿੰਡ, ਉਹਨਾਂ ਨੇ ਇਹ ਵੀ ਕਿਹਾ ਵੀ ਕਿਉਂਕਿ ਹੁਣ ਤੁਹਾਡੇ ਆਪਣੇ ਪੁਲਿਸ ਆਫੀਸਰਸ ਇਨਵੋਲਵ ਹੋ ਗਏ ਤਾਂ ਤੁਸੀਂ ਪਰਚਾ ਨਹੀਂ ਦੇ ਰਹੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਰੱਖਦੇ ਹੋਏ ਹਾਈ ਕੋਰਟ ਨੇ ਇੱਕ ਫਟਕਾਰ ਕਹਿ ਲਓ, ਜੁਰਮਾਨਾ ਕਹਿ ਲਓ, 20,000 ਰੁਪਈਆ ਮਹੀਨੇ ਰੱਖਦਾ ਹੈ। ਸੋ 7/10 ਲਈ ਉਹ ਕੇਸ ਪੈਂਡਿੰਗ ਹੈ। ਬਾਕੀ ਇਸ ਕੇਸ 'ਚ ਮੈਂ 1-2 ਗੱਲਾਂ ਹੋਰ ਕਰਾਂਗਾ, ਪਰ 1-2 ਗੱਲ ਤੁਹਾਨੂੰ ਵਕੀਲ ਸਾਹਿਬ ਪਹਿਲਾਂ ਸ਼ੇਅਰ। ਵਕੀਲ ਸਾਹਿਬ, ਇੱਕ ਗੱਲ ਹੋਰ ਵੀ ਹੈ, ਤੁਸੀਂ ਡਿਮਾਂਡ ਕਰ ਰਹੇ ਸੀ ਕਿ ਪੁਲਿਸ ਵਾਲੇ ਡੀਐਸਪੀ ਸਣੇ ਹੋਰ ਜਿਹੜੇ ਪੁਲਿਸ ਵਾਲੇ ਇਸ ਮਾਮਲੇ ਦੇ ਵਿੱਚ ਇਨਵੋਲਵ ਸੀ, ਜਿਨ੍ਹਾਂ ਦੇ ਉੱਪਰ ਐਲੀ ਵੀ ਲਗਾਤਾਰ ਐਲੀਗੇਸ਼ਨ ਲਾਉਂਦਾ ਹੋਇਆ ਨਜ਼ਰ ਆਇਆ, ਉਹਨਾਂ ਦੇ ਖਿਲਾਫ
FIR ਦਰਜ ਹੋਣੀ ਚਾਹੀਦੀ ਹੈ, ਕਿਉਂਕਿ ਅਗਰ ਮੈਨ ਹੈਂਡਲਿੰਗ ਹੋਈ ਹੈ, ਇਲੀਗਲ ਟੌਰਚਰ ਹੋਇਆ ਤੇ ਉਸ ਦੇ ਵਿੱਚ ਬਣਦੀ ਦਫਾਵਾਂ ਦੇ ਤਹਿਤ ਕਾਰਵਾਈ ਹੋਏ। ਉਸ ਨੂੰ ਲੈ ਕੇ ਕਿਆ ਹਾਈ ਕੋਰਟ ਹਜੇ ਕੋਈ ਡਾਇਰੈਕਸ਼ਨ ਜਾਰੀ ਕਰ ਪਾਇਆ, ਜਾਂ ਉਹ ਅਗਲੀ ਡੇਟ ਤੇ ਫਾਈਨਲ ਹੋਊਗਾ ਵੀ ਕਿਸ ਤਰ੍ਹਾਂ ਹਾਈ ਕੋਰਟ ਉਸ ਪਲੀ ਨੂੰ ਵੇਖਦਾ ਹੈ? ਤੁਹਾਡੀ ਦੇਖੋ, ਮੈਂ ਵਨੀਤ ਜੀ ਇੱਥੇ ਤੁਹਾਡੀ ਗੱਲ ਦਾ ਮੈਂ ਜਵਾਬ ਦੇਵਾਂਗਾ ਕਿ ਜਦੋਂ ਮੈਟਰ ਆਫ ਬਰੂਟੈਲਿਟੀ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਫਸਰ ਨੇ, ਜਿਨ੍ਹਾਂ 'ਚ ADGP ਸੰਜੀਵ ਕਾਲੜਾ ਸਾਹਿਬ, IG ਉਸ ਸਮੇਂ ਦੇ ਅਮਿਤ ਪ੍ਰਸਾਦ ਸਾਹਿਬ, SSP ਸਵਪਨ ਸ਼ਰਮਾ, ਰਵੀ ਕੁਮਾਰ, ਉਹਨਾਂ ਨੇ ਇੱਕ ਸਿੱਟ ਇਹਦੇ ਤੇ ਕਨਸਟੀਟਿਊਟ ਕੀਤੀ। ਤਾਂ ਉਸ ਸਿੱਟ ਦੀਆਂ ਜਿਹੜੀਆਂ ਫਾਈਂਡਿੰਗਸ ਸੀਗੀਆਂ ਉਹਦੇ ਉੱਪਰ ਮੈਨੂੰ ਲੱਗਦਾ ਹੈ ਵੀ ਅਸੀਂ ਵੀ ਸਾਰਿਆਂ ਨੇ ਇੱਕ ਟੇਕ ਰੱਖੀ ਸੀ। ਉਹ ਟੇਕ ਕੀ ਸੀ? ਉਹਦੇ 'ਚ ਬਕਾਇਦਾ ਐਲੀ ਮਗਟ ਇੱਥੇ ਹਾਜ਼ਰ ਨੇ, ਮੇਰੇ ਖਿਆਲ 'ਚ ਮਹੀਨਾ, ਡੇਢ, 2 ਮਹੀਨੇ ਰੂਟੀਨ 'ਚ ਉੱਥੇ ਪ੍ਰੋਸੀਡਿੰਗਸ ਚੱਲੀਆਂ ਨੇ। ਔਰ ਉਹਦੇ 'ਚ ਜਿਹੜੀਆਂ ਫਾਈਂਡਿੰਗ ਆਫ ਦੀ ਸਿੱਟ ਨੇ ਉਹ ਕੀ ਨੇ? ਉਹ ਕਹਿੰਦੀਆਂ ਕਿ ਜੀ 7000 ਆਸਟ੍ਰੇਲੀਅਨ ਡਾਲਰ ਵੀ ਰਿਕਾਰਡ ਤੇ ਆ ਗਿਆ ਕਿ ਜਿਹੜਾ ਇਹਨਾਂ ਨੇ ਸਾਡੇ ਪੰਜਾਬ ਪੁਲਿਸ ਦੇ ਜਿਹੜੇ ਰਿਸਪੌਂਸੀਬਲ ਜਿਹੜੇ ਬੰਦੇ ਸੀਗੇ ਉਹ 9 ਬੰਦੇ, ਜਿਨ੍ਹਾਂ 'ਚ ਅਸੀਂ ਮੈਂ ਕਹਾਂਗਾ ਕਿ ਰਿਸਪੋਂਡੈਂਟ ਨੰਬਰ 5 DSP ਤੋਂ ਲੈ ਕੇ ਰਿਸਪੋਂਡੈਂਟ ਨੰਬਰ 14 ਜਿਹੜੇ ਹੁਣ ਅਸੀਂ ਹਾਈ ਕੋਰਟ 'ਚ ਪਲੀਡ ਕੀਤੇ ਨੇ, ਉਸ 9 ਬੰਦਿਆਂ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ 7000 ਆਸਟ੍ਰੇਲੀਅਨ ਡਾਲਰ ਇਹਨਾਂ ਦੇ ਕੋਲੋਂ ਲਿਆ। ਹੁਣ ਇਹਦਾ ਮਤਲਬ ਕੀ ਹੈ ਨਟਸ਼ਲ ਕਿ 3.5 ਲੱਖ ਰੁਪਈਆ ਬਣਦਾ ਹੈ, ਜੋ ਅਸੀਂ ਮੋਟਾ ਜਿਹਾ ਹਿਸਾਬ ਲਾਇਆ। ਹੁਣ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਬਹੁਤ ਸੀਰੀਅਸ ਅਫੈਂਸ ਬਣਦਾ ਹੈ। ਔਰ ਸੈਕੰਡ ਜਿਹੜੀ ਇੱਕ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਜੀ ਇਹਦਾ ਜਿਹੜਾ ਮੈਟਰ ਆਫ ਬਰੂਟੈਲਿਟੀ, ਜਿਹਨੂੰ ਆਪਾਂ ਮੈਨ ਹੈਂਡਲਿੰਗ ਕਹਿੰਦੇ ਆ, ਉਹ ਵੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਗਈਆਂ। ਸੋ ਸਾਡਾ ਕਹਿਣ ਤੋਂ ਭਾਵ ਇਹ ਹੈ ਕਿ ਫਾਈਂਡਿੰਗ ਆਫ ਸਿੱਟ ਜਦੋਂ ਇੱਕ ਤੁਹਾਡੇ ਸੀਨੀਅਰ ਆਫੀਸਰਸ ਨੇ ਦੇਤੀ ਤਾਂ ਉਸ ਤੋਂ ਬਾਅਦ ਉਸ ਬੇਸ ਦੇ ਉੱਪਰ ਮੈਂ ਗੱਲ ਕਹਿਣੀ ਚਾਹੁੰਦਾ, ਜਿਵੇਂ ਫਾਈਂਡਿੰਗ ਤਾਂ ਆ ਗਈਆਂ ਪਰ ਉਸ ਤੋਂ ਬਾਅਦ ਮੈਟਰ ਰੈਫਰ ਕਰਤਾ ਇਹਨਾਂ ਨੇ SSP ਮੋਹਾਲੀ ਨੂੰ। ਹੁਣ SSP ਮੋਹਾਲੀ ਜਿਹੜਾ ਹੈ ਉਹ ਉੱਚ ਅਫਸਰਾਂ ਦਾ ਜੂਨੀਅਰ ਅਫਸਰ ਹੈ, ਤਾਂ ਜਿਹੜਾ ਇੱਕ ਕੰਪਲਾਇੰਸ ਵਰਡ ਯੂਜ਼ ਕੀਤਾ ਜਾਂਦਾ ਐਗਜ਼ੀਕਿਊਸ਼ਨ, ਉਹ ਕਰਨੀ ਸੀ SSP ਮੋਹਾਲੀ ਨੇ। ਹੁਣ ਹੈਰਾਨੀਜਨਕ ਗੱਲ ਵਨੀਤ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ, ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਇਸ ਜਿਹੜੀ ਰਿਪੋਰਟ ਫਾਈਂਡਿੰਗ ਆਈ ਹੈ ਨਾ, ਜਿਹੜੀ ਇੱਕ ਇਹਨਾਂ ਦੀ ਸਿੱਟ ਦੀ ਜਿਹੜੀ ਰਿਪੋਰਟ ਸੀ, ਇਹਦੇ ਪਿੱਛੇ ਵੀ ਸਾਨੂੰ ਤਰੱਦਦ, ਇੱਕ ਪੰਜਾਬੀ ਦਾ ਵਰਡ ਹੈ, ਸਾਨੂੰ ਉਹ ਕਰਨਾ ਪਿਆ। ਦੇਖੋ 2019 ਦਾ ਮਾਮਲਾ ਸੀ, 1.5-2 ਮਹੀਨਿਆਂ 'ਚ ਇਹਨਾਂ ਨੇ ਰਿਪੋਰਟ ਤਿਆਰ ਕਰ ਲਈ ਸੀ। ਤੁਸੀਂ ਇਹ ਦੇਖੋ ਵੀ ਉਸ ਤੋਂ ਬਾਅਦ ਨੰਬਰ ਆਫ ਰਿਪਰੈਜ਼ੈਂਟੇਸ਼ਨਸ ਹਾਰ ਕੇ ਅਸੀਂ NRI ਕਮਿਸ਼ਨ ਦਾ ਜਾ ਕੇ ਦਰਵਾਜ਼ਾ ਖੜਕਾਇਆ ਤੇ ਉੱਥੇ ਮੰਗ ਕੀ ਰੱਖੀ ਕਿ ਆਹ ਅਫਸਰਾਂ ਨੇ ਜੀ ਫਾਈਂਡਿੰਗ ਇਹਨਾਂ ਨੇ ਦੇਤੀ, ਸਿੱਟ ਦੀ ਫਾਈਂਡਿੰਗ ਦੇਤੀ, ਇਹ ਸਾਨੂੰ ਰਿਪੋਰਟਸ ਦੀਆਂ ਕਾਪੀਆਂ ਨਹੀਂ ਪ੍ਰੋਵਾਈਡ ਕਰ ਰਹੇ। ਸੋ ਨਟਸ਼ਲ NRI ਕਮਿਸ਼ਨ ਦੇ ਆਰਡਰ ਤੇ 20/8/2020 ਨੂੰ ਇਹਨਾਂ ਨੇ ਆਪਣੀ ਜਿਹੜੀ ਉਹ ਫਾਈਂਡਿੰਗ ਸੀ ਸਿੱਟ ਦੀ, ਉਹਦੀ ਰਿਪੋਰਟ ਜਿਹੜੀ ਸੀ ਉਹ ਸਾਨੂੰ ਕੋਰਟ ਦੇ ਵਿੱਚ ਸਬਮਿਟ ਕਰਵਾਈ। ਹੁਣ ਸਾਡੀ ਅਗਲੀ ਲੜਾਈ ਕੀ ਸੀ ਕਿ ਜਦੋਂ ਤੁਸੀਂ ਫਾਈਂਡਿੰਗ ਦੇਤੀਆਂ, ਪੁਲਿਸ ਆਫੀਸ਼ੀਅਲਸ ਦੇ ਖਿਲਾਫ ਆ ਗਈਆਂ, ਤਾਂ ਫਿਰ ਇਹਨਾਂ ਦੇ ਖਿਲਾਫ ਰਜਿਸਟ੍ਰੇਸ਼ਨ ਆਫ FIR ਕਿਉਂ ਨਹੀਂ? ਦੈਨ ਫਿਰ ਅਸੀਂ 3-4 ਮਹੀਨੇ ਅਸੀਂ ਵੇਟ ਕੀਤੀ ਵਨੀਤ ਜੀ। ਕੋਈ ਇਸ ਤਰ੍ਹਾਂ ਹੀ ਨਹੀਂ ਵੀ ਆਪਾਂ ਐਂ ਫਟਾਫਟ ਅਸੀਂ ਹਾਈ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾਇਆ। ਫਿਰ ਜਿਵੇਂ ਪਹਿਲਾਂ ਬ੍ਰਦਰ ਤੁਹਾਨੂੰ ਦੱਸ ਕੇ ਬੈਠੇ ਨੇ, ਫਿਰ ਅਸੀਂ ਜਾ ਕੇ ਫਰਵਰੀ ਦੇ ਵਿੱਚ ਜਾ ਕੇ ਅਸੀਂ ਆਨਰੇਬਲ ਕੋਰਟ ਦਾ ਖੜਕਾਇਆ। ਔਰ ਉਹਦੇ 'ਚ ਹੁਣ ਅਸੀਂ ਮੰਗ ਕੀ ਰੱਖੀ ਹੈ? ਅਸੀਂ 50% ਸੈਟੀਸਫਾਈਡ ਹੋਏ ਸਾਂ ਅਸੀਂ ਉਹਦੀਆਂ ਸਿੱਟ ਦੀਆਂ ਜਿਹੜੀਆਂ ਫਾਈਂਡਿੰਗਸ ਆਈਆਂ ਸਨ। 50% ਹਜੇ ਵੀ ਸਾਡੇ ਮਨ 'ਚ, ਬਾਈ ਮਾਂਗਟ ਇੱਥੇ ਬੈਠੇ ਨੇ, ਸਾਡੇ ਮਨ 'ਚ ਇਹ ਸੀ ਵੀ ਜੋ ਇੱਕ ਇਨਸਾਫ ਸਾਨੂੰ ਲੱਗਿਆ ਸੀ ਵੀ ਅਸੀਂ ਚਾਹੁੰਦੇ ਸੀ। ਮੈਂ ਸਿੱਧੀ ਪੰਜਾਬੀ 'ਚ ਗੱਲ ਕਰਾਂਗੇ ਜੀ, 50% ਮੈਂ ਮਾਂਗਟ ਸਾਹਿਬ ਨੂੰ ਕਿਹਾ, ਮੈਂ ਕਿਹਾ ਬਾਈ 50 ਪੈਸੇ ਆਪਾਂ ਨੂੰ ਇਨਸਾਫ ਮਿਲਿਆ ਹੈ, 50 ਪੈਸੇ ਹਜੇ ਆਪਾਂ ਉੱਪਰਲੀ ਮਾਣਯੋਗ ਕੋਰਟ ਤੋਂ ਲੈਣਾ ਹੈ। ਸੋ ਬਈ ਕਹਿਣ ਤੋਂ ਭਾਵ ਵਨੀਤ ਜੀ, ਅਸੀਂ ਆਨਰੇਬਲ ਕੋਰਟ 'ਚ ਗਏ ਇਸ ਕਰਕੇ ਆ ਕਿਉਂਕਿ ਫਾਈਂਡਿੰਗ ਆਫ ਦੀ ਸਿੱਟ ਤਾਂ ਆ ਗਈਆਂ ਰਿਕਾਰਡ ਤੇ, ਦੈਟ ਇਜ਼ ਦੀ ਮੈਟਰ ਆਫ ਰਿਕਾਰਡ ਹੋ ਗਿਆ ਉਹ ਤਾਂ, ਪਰ ਅਸੀਂ ਇਸ ਕਰਕੇ ਗਏ ਆ ਕਿ ਜਿਹੜੇ DSP ਤੋਂ ਲੈ ਕੇ ਥੱਲੇ ਜਿਹੜੇ ਭਾਵੇਂ ਸਿਪਾਹੀ ਰੈਂਕ ਤੱਕ ਦੇ ਲੋਕ ਸੀਗੇ, ਜਿਨ੍ਹਾਂ 'ਚ ਇੰਸਪੈਕਟਰ ਵੀ ਇਨਵੋਲਵ ਨੇ, ਜਿਨ੍ਹਾਂ 'ਚ IO ਸਮੇਂ ਦਾ ਵੀ ਇਨਵੋਲਵ ਹੈ, SHO ਵੀ ਇਨਵੋਲਵ ਹੈ, ਔਰ ਉਹਨਾਂ 'ਚ ਕਾਫੀ ਲੋਕ ਜਿਹੜੇ ਇਨਵੋਲਵ ਨੇ। ਅਸੀਂ ਉੱਥੇ ਇਸ ਕਰਕੇ ਗਏ ਆ ਵੀ ਇਹਨਾਂ ਸਾਰਿਆਂ ਦੇ ਖਿਲਾਫ, ਕੱਲੀ ਸਿੱਟ ਦੇ ਉੱਪਰ ਨਹੀਂ ਅਸੀਂ ਜਾਣਾ, ਅਸੀਂ ਕਿਹਾ ਜੀ ਇਹਨਾਂ ਸਾਰਿਆਂ ਦੇ ਖਿਲਾਫ ਰਜਿਸਟ੍ਰੇਸ਼ਨ ਆਫ FIR ਦੇ ਜਿਹੜਾ ਉਹ ਕੀਤਾ ਜਾਵੇ। ਸੋ ਉਹਦੇ ਤੇ ਇੱਕ ਸਖਤ ਰੁਖ ਜਿਹੜਾ ਹਾਈ ਕੋਰਟ ਨੇ, ਜਿਹੜਾ ਸਾਡੇ ਸਾਹਮਣੇ ਦੇਖਣ ਨੂੰ ਆਇਆ, ਉਹ ਹਾਈ ਕੋਰਟ ਨੇ ਲੜਿਆ। ਸੋ ਇਹਦੇ ਤੇ ਜਿਹੜਾ ਤੁਹਾਡਾ ਸਵਾਲ ਹੈ ਕਿ ਜਿਹੜੀ ਫਾਈਨਲ ਵਰਡਿਕਟ ਜਿਹੜਾ ਉਹ ਸਾਡੀ ਮਾਣਯੋਗ ਕੋਰਟ ਨੇ 7 ਅਕਤੂਬਰ ਲਈ ਰੱਖਿਆ, ਪਰ ਇੱਕ ਫਟਕਾਰ ਜਿਹੜੀ ਫਟਕਾਰ ਦੇ ਨਾਲ ਜਿਹੜਾ ਜੁਰਮਾਨਾ ਲੱਗਿਆ, ਜੰਗਲ ਰਾਜ ਤੱਕ ਦਾ ਜ਼ਿਕਰ ਹੋਇਆ, ਐਲੀ ਜੰਗਲ ਰਾਜ ਦਾ ਜ਼ਿਕਰ ਹੋਇਆ, ਲੱਗਦਾ
ਪੰਜਾਬ ਦੇ ਵਿੱਚ ਹੈਗਾ ਜੰਗਲ ਰਾਜ? ਪੁਲਿਸ ਡਿਪਾਰਟਮੈਂਟ ਦੀ ਖਾਸ ਕਰਕੇ ਗੱਲ ਕਰ ਹੈਗਾ ਹੀ ਆ ਜੀ, ਇਹ 'ਚ ਕੋਈ ਦੋ ਰਾਏ ਹੈ ਨਹੀਂ। ਮੈਂ ਹਰੇਕ ਚੀਜ਼ ਨੂੰ ਆਏ ਨਹੀਂ ਹੁੰਦਾ ਕਿ ਮੈਂ ਰੋ ਕੇ ਜਵਾਬ ਦੇਵਾਂ, ਕਿ ਮੈਂ ਕੈਮਰੇ ਤੇ ਇਹ ਚੀਜ਼ ਸ਼ੋਅ ਕਰਾਂ ਕਿ ਯਾਰ ਮੈਂ ਬਹੁਤ ਤੰਗ ਆ। ਮੈਂ ਉਦਾਂ ਦਾ ਬੰਦਾ ਨਹੀਂ, ਮੇਰੇ ਤੋਂ ਕਰੈਕਟਰ 'ਚ ਨਹੀਂ ਵੜ ਹੁੰਦਾ। ਜੋ ਹੈਗਾ ਉਹ ਸਾਹਮਣੇ ਹੈ, ਜੋ ਹੈਗੇ ਅਸੀਂ ਉਦਾਂ ਦੇ ਹੀ ਆ। ਬਟ ਜਿਹੜਾ ਬੰਦਾ ਇੱਕ ਹੱਸਦਾ ਜਾਂ ਖੇਡਦਾ, ਉਹਦੇ ਅੰਦਰ ਵੀ ਪੇਨ ਹੋ ਸਕਦੀ ਆ, ਬਟ ਉਹ ਨਹੀਂ ਕਿਸੇ ਨੂੰ ਦਿਖਾਉਂਦਾ, ਉਹਦੀ ਮਨਸ਼ਾ ਹੁੰਦੀ ਆ। ਹੁਣ ਜੰਗਲ ਰਾਜ ਹੀ ਆਈ, ਸਾਰਾ ਕੁਝ ਸਿੱਟ ਨੇ ਦੇਤਾ ਸਾਨੂੰ, ਜਿਵੇਂ ਬਾਈ ਜੀ ਨੇ ਦੱਸਿਆ ਜੀ, ਸਾਨੂੰ ਰਿਪੋਰਟ ਹੀ ਨਹੀਂ ਦਿੱਤੀ। ਮੈਂ ਇਹਨਾਂ ਨੂੰ ਕਿਹਾ ਯਾਰ ਕੀ ਕੰਮ ਨੇ ਇੱਥੇ, ਤੇ ਮੈਨੂੰ ਤਾਂ ਸਮਝ ਨਹੀਂ ਲੱਗਦੇ। ਇਹ ਕਹਿੰਦੇ ਜੀ ਇਹ ਪੰਜਾਬ ਪੁਲਿਸ ਹੈ, ਤੇ ਜਦੋਂ ਕੋਈ ਉੱਚ ਕੋਟੀ ਦੇ ਪੁਲਿਸ ਵਾਲੇ ਵਿੱਚ ਇਨਵੋਲਵ ਹੋ ਜਾਂਦੇ ਨੇ ਤਾਂ ਆਹੀ ਕੁਛ ਹੀ ਹੁੰਦਾ ਕਿ ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲੈ, ਆਪਾਂ ਕਰਾਂਗੇ। ਮੈਂ ਤਾਂ ਫਿਰ ਇਹਨਾਂ ਨੂੰ ਇੱਕ ਦਿਨ ਫੋਨ ਲਾ ਕੇ ਕਹਿਦਾ ਜੀ, ਮੈਂ ਕਿਹਾ ਯਾਰ ਜੇ ਤੋਂ ਕੁਝ ਹੁੰਦਾ ਤਾਂ ਠੀਕ ਆ, ਨਹੀਂ ਫਿਰ ਠੀਕ ਆ ਯਾਰ, ਰੱਬ ਦੇਖਦਾ, ਉਹ ਤਾਂ ਬੈਠਾ ਹੀ ਆ, ਉਹ ਤਾਂ ਕਿਤੇ ਨਾ ਕਿਤੇ ਜਾ ਕੇ ਹਿਸਾਬ ਲਊਗਾ ਹੀ, ਉਦੋਂ ਦੇ ਦੇਣਗੇ ਕਿ ਜੇ ਨਹੀਂ ਕੁਝ ਹੁੰਦਾ। ਫਿਰ ਅਸੀਂ ਆ ਗਈ, ਸੈੱਟ ਦੀ ਰਿਪੋਰਟ ਆ ਗਈ। ਫਿਰ ਅਸੀਂ ਜਾ DGP ਸਾਹਿਬ ਆਫਿਸ, ਕਦੇ ਕਿ ਆਪਾਂ ਕਈ ਜਣਿਆਂ ਨੂੰ ਮਿਲੇ ਉਦੋਂ, ਹਾਂਜੀ ਕਰਦੇ ਆ ਜੀ ਕਰਦੇ ਆ। DGP ਸਾਹਿਬ ਕੋਲੇ ਗਏ, ਉਹ ਮੇਰੇ ਤੋਂ ਪੁੱਛਣ ਲੱਗੇ ਤੂੰ ਕਿਹੜਾ ਜਹਾਜ਼ ਚੜ੍ਹ ਕੇ ਆ ਗਿਆ, ਕਿ ਕਿੰਨੇ ਵਜੇ ਚੜ੍ਹਿਆ ਸੀ। ਉਹ ਲਿਖਣ ਲੱਗ ਗਏ ਪੈਨ ਤੇ। ਮੈਂ ਇਹਨਾਂ ਦੇ ਮੂੰਹ ਵੱਲ ਨੂੰ ਦੇਖਾਂ, ਯਾਰ ਮੈਂ ਕਿਹਾ ਇਹ ਕੀ ਹੋ ਰਿਹਾ, ਕੀ ਪੁੱਛੀ ਜਾ ਰਹੇ ਨੇ ਯਾਰ ਮੈਨੂੰ, ਕਿ ਕਿਹੜਾ ਜਹਾਜ਼ ਚੜ੍ਹ ਕੇ ਆਈ। ਅਸੀਂ ਤਾਂ ਤੁਹਾਨੂੰ ਇਹ ਕਹਿਣਾ ਆ ਜੀ, ਜਿਹੜੀ ਸੈੱਟ ਦੀ ਰਿਪੋਰਟ ਆਈ ਆ ਉਹਨਾਂ ਤੇ ਪਰਚਾ ਦਿਓ। ਉਹ ਮੇਰੇ ਤੋਂ ਪੁੱਛਣ ਲਈ ਤੂੰ ਕਿਹੜਾ ਜਹਾਜ਼ ਚੜ੍ਹ ਕੇ ਆਇਆ, ਕਿੰਨੇ ਵਜੇ ਆਇਆ, ਕਿਹੜੀ 에ਅਰਲਾਈਨ ਸੀ, ਕਿੱਥੇ ਉਤਰਿਆ ਸੀ, ਕਿਹੜੀ ਟੈਕਸੀ ਕਰੀ। ਤੇ ਮੈਂ ਕਿਹਾ ਯਾਰ ਹੱਦ ਹੋ ਗਈ, ਦੱਸਤਾ ਮੈਂ ਸਾਰਾ ਕੁਝ। ਮੈਂ ਅਖੀਰ ਫਿਰ ਉਹਨਾਂ ਨੂੰ ਪੁੱਛਿਆ, ਮੈਂ ਇਹਨਾਂ ਦਾ ਕੁਝ ਹੋਊਗਾ ਵੀ ਕਿ ਬਸ ਆ ਗਈ ਰਿਪੋਰਟ ਪਈ ਆ? ਕਹਿੰਦੇ ਨਹੀਂ ਅਸੀਂ ਕਰਾਂਗੇ। ਮੈਂ ਚਲੋ ਠੀਕ ਆ ਜੀ ਕਰੋ। ਚਲੋ ਫਿਰ ਟਾਈਮ ਲੰਘ ਗਿਆ, 6-7 ਮਹੀਨੇ ਲੰਘ ਗਏ। ਫਿਰ ਅਸੀਂ SSP ਸਾਹਿਬ ਕੋਲੇ ਗਏ, ਮੋਹਾਲੀ ਵਾਲੇ ਕੋਲ। ਅਸੀਂ ਕਿਹਾ ਜੀ ਉਹ ਸੈੱਟ ਦੀ ਰਿਪੋਰਟ ਆਈ ਹੈ ਜੀ, ਤੁਸੀਂ ਪਰਚਾ ਨਹੀਂ ਦੇ ਰਹੇ। ਉਹ ਕਹਿੰਦੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ। ਮੇਰਾ ਇੱਕ ਤਾਂ ਉੱਥੇ ਹਾਸਾ ਨਿਕਲੇ, ਇੱਕ ਮੈਂ ਸੋਚਾਂ ਯਾਰ, ਮੈਂ ਕਿਹਾ ਇੱਥੇ ਕੁਝ ਨਹੀਂ ਬਣਨਾ। ਕਿ ਹੁਣ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕਰ ਲਈ, ਅਸੀਂ 2.5 ਮਹੀਨੇ ਹੀ ਲਗਾਤਾਰ ਅਰਲੀ ਮਾਰਨਿੰਗ 8 ਵਜੇ ਉੱਠਦੇ ਸੀ, ਅਸੀਂ ਸ਼ਾਮ ਤੱਕ ਬੈਠੇ ਰਹਿੰਦੇ ਭਾਜੀ, 5-6 ਵੱਜ ਜਾਂਦੇ। ਉਹ ਸਾਰਾ ਕੁਝ ਨਾਲੇ ਕੈਮਰੇ ਤੇ ਰਿਕਾਰਡ ਕਰਿਆ ਸੋਪਨ ਸ਼ਰਮਾ ਨੇ, SSP ਜਿਹੜੇ ਰੋਪੜ ਸੀਗੇ ਉਦੋਂ। ਉਹ ਸਾਰੀ ਜਿਹੜੀ ਜਿੰਨੀ ਵੀ ਸਾਡੀ ਵਰਬਲ ਟਾਕ ਹੋਈ ਆ ਜਾਂ ਕੁਝ ਵੀ, ਉਹ ਸਾਰਾ ਕੁਝ ਇੱਕ ਕੈਮਰਾ ਸਾਈਡ ਤੇ ਲੱਗਿਆ ਹੁੰਦਾ ਸੀ। ਉਹ ਪੂਰੀ ਡੇ ਦੀ ਰਿਕਾਰਡਿੰਗ ਉੱਥੇ ਹੁੰਦੀ ਸੀਗੀ। ਮੈਂ ਯਾਰ ਇੰਨੀ ਡੀਪਲੀ ਉਹਨਾਂ ਨੇ ਕਰਿਆ ਸਾਰਾ ਕੁਝ, ਫਿਰ ਵੀ ਇਹ ਕਹਿੰਦੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ। ਫਿਰ ਉਹ ਜਿਹੜੀ ਇਨਵੈਸਟੀਗੇਸ਼ਨ ਹੋਈ ਆ, ਉਹ ਜਿਵੇਂ IG SSP ਤੋਂ ਉੱਤੇ ਹੀ ਹੁੰਦਾ, ADGP ਸਾਹਿਬ ਨੇ ਕਿਹਾ, ਉਹ ਵੱਡੇ ਅਹੁਦੇ ਆ, ਜੇ ਉਹਨਾਂ ਦੀ ਫਾਈਂਡਿੰਗ ਤੇ ਹਲੇ ਵੀ ਸ਼ੱਕ ਕਰਦੇ ਆ ਤੇ ਇਹ ਆਪਣੀ ਕਰਨਗੇ। ਫਿਰ ਇਹਦੇ ਨਾਲੋਂ ਚੰਗਾ ਉਹਨਾਂ ਨੂੰ ਅਸੀਂ ਨਾ ਹੀ ਕਹਿੰਦੇ, ਤੁਸੀਂ ਇਹ ਕਰ ਲੈਂਦੇ ਪਹਿਲਾਂ, ਕਿ ਇਹਦਾ ਟਾਈਮ ਖਰਾਬ ਕਰਨ ਵਾਲੀ ਵੇਸਟੇਜ ਆਫ ਟਾਈਮ ਆ। ਇਹਨਾਂ ਨੂੰ ਮੈਂ ਕਿਹਾ ਯਾਰ ਤੁਸੀਂ ਹਾਈ ਕੋਰਟ ਪਾਓ ਰਿਟ। ਇਹ ਮੈਨੂੰ ਕਹਿੰਦੇ ਅਲੀ ਜੇ ਅਸੀਂ ਹੁਣੇ ਪਾ ਦਿੰਦੇ ਆ ਤਾਂ ਕਈ ਵਾਰੀ ਕੋਰਟ ਸਾਨੂੰ ਐਂ ਕਹਿ ਦਿੰਦੀ ਹੈ ਕਿ ਤੁਸੀਂ ਪਹਿਲਾਂ ਪੁਲਿਸ ਨੂੰ ਥੋੜਾ ਜਿਹਾ ਟਾਈਮ ਦਿਓ। ਫਿਰ ਇਹ ਹੁਣ ਇੱਕ ਦਿਨ ਅਸੀਂ ਬੈਠੇ ਸੀ, ਕਹਿੰਦੇ ਯਾਰ ਹੁਣ ਤਾਂ ਫਾਈਨਲੀ ਪਾਉਣਾ ਬਣਦਾ ਆਪਾਂ ਨੂੰ, ਕਿ ਬਹੁਤ ਟਾਈਮ ਹੋ ਗਿਆ। ਤੇ ਫਿਰ ਅਸੀਂ ਪਾਤੀ। ਉਹ ਜਿਹੜੇ ਹੁਣ ਜੱਜ ਸਾਹਿਬ ਨੇ, ਉਹਨਾਂ ਨੇ ਐਸਾ ਤੇ ਹੋ ਗਿਆ, ਲੇਕਿਨ ਲੱਗਦਾ ਕਿ ਪੰਗਾ ਲੈਣ ਦੀ ਲੋੜ ਹੀ ਨਹੀਂ ਸੀ। ਉਸੇ ਸਮਾਂ ਛੱਡ ਦਿੰਦੇ ਆ ਸਾਰਾ, ਜਦੋਂ ਕਲੇਸ਼ ਸ਼ੁਰੂ ਹੋਇਆ, ਤੇ ਸ਼ਾਇਦ ਅੱਜ ਇਹ ਹਾਲਾਤ ਖੜੇ ਹੀ ਨਾ ਹੁੰਦੇ। ਜਿਹਦੇ ਕਰਕੇ ਇਹ ਚੀਜ਼ਾਂ ਸ਼ੁਰੂ ਹੋਈਆਂ ਉਹ ਤਾਂ ਮੁੱਕ ਲਿਆ। ਉਹ ਤਾਂ ਉਦਣ ਹੀ ਮੁਕਾਤਾ ਸੀ ਅਸੀਂ 6:30-7 ਵਜੇ, ਉਹ ਤਾਂ ਫਿਨਿਸ਼ ਹੋ ਗਿਆ ਸੀ ਉੱਥੇ। ਇਹਦਾ ਹੁਣ ਨਵਾਂ ਰੱਬ ਨੇ ਕੰਮ ਲਾਇਆ ਸਾਨੂੰ। ਕਹਿੰਦੇ ਹਰੇਕ ਬੰਦੇ ਦਾ ਅੰਤ ਕਿਸੇ ਦੇ ਹੱਥੋਂ ਲਿਖਿਆ ਹੁੰਦਾ, ਇਹ ਚੀਜ਼ ਦਾ ਸ਼ਾਇਦ ਸਾਡੇ ਹੱਥੋਂ ਲਿਖਿਆ ਹੋਵੇ। ਤਾਂ ਹੁਣ ਮੈਂ ਇਹ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ। ਮੈਂ ਅੱਗੇ ਵੀ ਦੱਸਿਆ, ਮੈਂ ਸਵੇਰੇ ਸ਼ਾਮ ਪਾਠ ਕਰਦਾ, ਮੇਰੇ ਆੜੀਆਂ ਨੂੰ ਪਤਾ ਕਿ ਮੈਂ ਸੌਣ ਤੋਂ ਪਹਿਲਾਂ ਹੀ ਪਾਠ ਕਰਦਾ। ਅੱਜ ਦਾ ਨਹੀਂ ਕਿ ਆਹ ਕੰਮ ਹੋਣ ਤੋਂ ਬਾਅਦ ਦਾ ਨਹੀਂ, ਇਹ ਬਹੁਤ ਟਾਈਮ ਦਾ। ਮੈਂ ਉੱਥੇ ਬੜੂ ਸਾਹਿਬ ਵਾਲੇ ਸਕੂਲੇ ਪੜ੍ਹਿਆ, ਜਿਵੇਂ ਮੈਂ ਦੱਸਿਆ, ਉੱਥੇ ਅਸੀਂ ਪਾਠ ਕਰਦੇ ਹੁੰਦੇ। ਮੇਰੀ ਉਹ ਰੂਟੀਨ ਬਣੀ ਹੋਈ ਆ। ਮੈਂ ਸਵੇਰੇ ਉੱਠ ਕੇ ਨਹਾ ਕੇ ਸ਼ਾਵਰ ਲੈ ਕੇ, ਮੈਂ ਰੱਬ ਨੂੰ ਮੰਨਣ ਵਾਲਾ ਬੰਦਾ। ਜਿਹੜੇ ਮੇਰੇ ਨਾਲ ਦੇ ਨੇ, ਮੇਰਾ ਦਾਇਰਾ ਜਿਹੜਾ, ਉਹ ਵੀ ਪੋਜ਼ਿਟਿਵ ਬੰਦਿਆਂ ਦਾ, ਕੋਈ ਨੈਗੇਟਿਵ ਨਹੀਂ ਹੈਗਾ ਕਿ ਛੱਡ ਯਾਰ ਕੀ ਆ ਯਾਰ ਕਿਵੇਂ। ਉਹ ਤਾਂ ਕਹਿੰਦੇ ਆ ਕਿ ਨਹੀਂ ਯਾਰ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਕਿ ਆਪਣੇ ਮੇਰੀਆਂ ਬਹੁਤ ਫੋਟੋਆਂ ਹੁੰਦੀਆਂ ਉਹ ਬੰਦਿਆਂ ਨਾਲ। ਇੱਕ ਉਹ ਸਾਡੇ ਏਰੀਏ ਦੇ ਬਹੁਤ ਹੀ ਵਧੀਆ ਬੰਦੇ ਮੰਨੇ ਜਾਂਦੇ ਆ, ਮੇਰੇ ਖਾਸ ਮਿੱਤਰ ਨੇ। ਉਹਨਾਂ ਨੂੰ ਬਹੁਤ ਫੋਨ ਆਏ, DSP ਸਾਹਿਬ ਦੇ ਵੀ ਆਏ, ਰਮਨਦੀਪ ਦੇ ਵੀ ਆਏ, ਕਈ ਜਣਿਆਂ ਦੇ ਆਏ ਕਿ ਯਾਰ ਤੁਸੀਂ ਐਲੀ ਨੂੰ ਸਮਝਾਓ। ਉਹਨਾਂ ਨੇ ਜਦ ਮੈਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਕੀ ਕਿਹਾ DSP ਨੂੰ, ਤਾਂ ਮੈਨੂੰ ਐਂ ਹੌਸਲਾ ਹੋਇਆ ਕਿ ਯਾਰ ਮੇਰੇ ਆੜੀ ਵਧੀਆ ਆੜੀ ਨੇ ਮੇਰੇ। ਉਹ ਕਹਿੰਦੇ ਨਹੀਂ ਜੀ, ਜਦੋਂ ਤੁਸੀਂ ਉਹਨਾਂ ਨੂੰ ਕੁੱਟਿਆ ਸੀ ਉਦੋਂ ਤੁਸੀਂ ਇਹ ਗੱਲਾਂ ਸੋਚਣੀਆਂ ਸੀ ਕਿ ਹੁਣ ਤਾਂ ਨਹੀਂ। ਫਿਰ ਇਹਨਾਂ ਨੇ ਮਾਨ ਸਾਹਿਬ ਨੂੰ ਵੀ ਆਖਿਆ ਕਿ ਸ਼ਾਇਦ ਤੇਰੀ ਮੰਨ ਲਵੇ, ਤੇਰਾ ਟੈਟੂ ਬਣਾਇਆ ਆ, ਕਿ ਤੂੰ ਕਹਿ ਕੇ ਦੇਖ। ਮਾਨ ਸਾਹਿਬ ਵੀ ਆਏ ਸੀਗੇ। ਜਦ ਉਹਨਾਂ ਨੇ ਮੇਰਾ ਹਾਲ ਚਾਲ ਦੇਖਿਆ, ਮੈਂ ਕਿਹਾ ਜੀ ਬਾਈ ਐਂ ਆਹ ਕੰਮ ਹੋਇਆ ਜੀ ਮੇਰੇ ਨਾਲ, ਕਿ ਚੰਗੀ ਗੱਲ ਨਹੀਂ ਹੈ ਉਹਨਾਂ ਵਾਸਤੇ। ਕਿ ਜੇ ਤੁਸੀਂ ਕਹਿੰਦੇ ਹੋ ਕੋਈ ਚੱਕਰ ਨਹੀਂ, ਆਪਾਂ ਤੁਹਾਡੀ ਇੱਜ਼ਤ ਕਰਦੇ ਹਾਂ, ਕਿ ਜੇ ਤੁਸੀਂ ਕਹਿੰਦੇ ਹੋ ਮੈਂ ਹੁਣੇ ਸਾਰੀਆਂ ਆਪਦੀਆਂ ਰਿਟਾਂ ਵਗੈਰਾ ਸਭ ਕੁਝ ਬੈਕ ਲੈ ਲੈਣਾ। ਬਟ ਉਹਦਾ ਰਮਨਦੀਪ ਦਾ ਰਿਸ਼ਤੇਦਾਰ ਸੀਗਾ ਕੋਈ ਨਾਲ,
ਉਹ ਉਹਨੂੰ ਕਹਿੰਦੇ ਆ ਜਾ ਕੇ ਕਹਿ ਦੇ ਆਪਦੇ ਰਿਸ਼ਤੇਦਾਰ ਨੂੰ ਕਿ ਅਸੀਂ ਨਹੀਂ ਫੈਸਲਾ ਕਰਨਾ। ਕਿ ਯਾਰ ਹਾਲਤ ਤਾਂ ਦੇਖ, ਕਹਿੰਦਾ ਮੁੰਡੇ ਦਾ ਕੀ ਬਣਾਇਆ ਪਿਆ। ਮੇਰੇ ਉਦੋਂ ਲੱਤਾਂ ਲੁੱਤਾਂ ਸੁੱਜੀਆਂ ਸੀ ਸਾਰੀਆਂ, ਨੀਲ ਨੂਲ ਪਏ ਹੋਏ ਸੀਗੇ। ਕਰਾਂਗੇ ਜੀ, ਲੜਾਈ ਤਾਂ ਲੜੂੰਗਾ ਮੈਂ, ਭੱਜਣ ਵਾਲਿਆਂ 'ਚੋਂ ਤਾਂ ਮੈਂ ਹੈ ਨਹੀਂ, ਇਹ ਤਾਂ ਤੁਸੀਂ ਦੇਖ ਹੀ ਲਿਆ ਹੋਣਾ, ਭੱਜਦਾ ਨਹੀਂ ਮੈਂ ਕੋਈ ਗੱਲ। ਮੇਰੇ ਤੇ ਬਹੁਤ ਐਂ ਭਾਜੀ ਉਹਨਾਂ ਨੂੰ ਤਾਂ ਪਤਾ, ਮੈਂ ਦੱਸਦਾ ਰਿਹਾ ਯਾਰ ਇੱਧਰੋਂ ਆਹ ਪੁਲਿਸ ਵਾਲੇ ਦਾ ਫੋਨ ਆ ਗਿਆ ਕਿ ਆਹ ਕਾਰਵਾਈ ਪਾਉਣ ਨੂੰ ਫਿਰਦੇ ਆ, ਉਹ ਸਾਹਮਣੇ ਵਾਲਾ ਪਰਚਾ ਸ਼ੂਟਿੰਗ ਕਰਦੇ ਕੀ ਆ ਉਹ ਕੋਈ ਗੱਲ ਵਾ, ਉੱਦਾਂ ਹੀ ਪਰਚਾ ਦੇਤਾ ਉਹ ਵੀ। ਚਲੋ ਬੰਦੂਕਾਂ ਚਲਾ ਰਹੇ ਹਾਂ, ਇੱਕ ਬੰਦਾ ਵੀ ਲੱਭ ਲਿਆ ਪੁਲਿਸ ਵਾਲਿਆਂ ਨੇ, ਉਹ 13 ਫੁੱਟ ਦੀਆਂ ਕੰਧਾਂ, 14 ਫੁੱਟ ਦੀਆਂ। ਕਹਿੰਦਾ ਮੈਂ ਘੁੰਮਣ ਗਿਆ ਸੀ ਤੇ ਮੈਂ ਦੇਖ ਲਿਆ ਬਾਹਰੋਂ ਖੜਿਆ ਨੇ ਕਿ ਐਲੀ ਮਾਰਕਟ ਗੋਲੀਆਂ ਚਲਾਉਂਦਾ। ਉਹਨੂੰ ਪੁੱਛੇ ਕਿ ਯਾਰ ਚੱਲ ਛੱਡ, ਪੁਲਿਸ ਵਾਲਿਆਂ ਨੇ ਉਹ ਵੀ ਇੱਕ ਪਲਾਂਟ ਕਰ ਲਿਆ ਬੰਦਾ। ਚਲੋ ਮੈਂ ਕਿਹਾ ਜਿੱਦਣ ਟਰਾਇਲ ਆਊਗਾ ਭਾਈ ਉਹਨੂੰ ਵੀ ਪੁੱਛਾਂਗੇ ਤੂੰ ਕਿਹੜੇ ਪਾਸਿਓਂ ਦੇਖਿਆ ਸੀ, ਸਾਨੂੰ ਐਂ ਤਾਂ ਦੱਸ ਦੇ। 13 ਫੁੱਟ ਦੀਆਂ ਕੰਧਾਂ, ਐਡਾ ਗੇਟ ਲੱਗਿਆ ਨਾ, ਉਹ ਰੋਡ ਤੇ ਆ ਘਰ, ਵਿਚਾਲੇ ਜਾ ਕੇ ਘਰ ਆ। ਉਦਾਂ ਹੀ ਝੂਠ ਜ਼ਬਾਨ ਲਿਖੀ ਜਾਂਦੇ ਆ। ਮੈਂ ਚਲੋ ਲਿਖ ਲਓ ਭਾਈ, ਤੁਹਾਡਾ ਜੇ ਐਂ ਸਰਦਾ ਤਾਂ ਐਂ ਕਰ ਲਓ, ਕੋਈ ਗੱਲ ਨਹੀਂ। ਪਰ ਮੈਂ ਵੀਡੀਓ ਤੇ ਤੁਸੀਂ ਆਪ ਹੀ ਬਣਾਈ ਹੋਈ ਸੀ, ਤੁਸੀਂ ਤੁਹਾਡੇ ਯਾਰਾਂ ਨੇ ਬਣਾਈ ਸੀ। ਕਈ ਵਾਰੀ ਪਤਾ ਕੀ ਹੁੰਦਾ, ਮੁੰਡੇ ਦਾ ਬਰਥਡੇ ਸੀਗਾ, ਜਿਵੇਂ ਉਹਦਾ ਅਗਲੇ ਦਿਨ ਬਰਥਡੇ ਸੀ, ਅਸੀਂ ਇੱਕ ਦਿਨ ਪਹਿਲਾਂ ਇੱਕ ਉਹ ਸੀਨ ਜਿਹਾ ਕ੍ਰੀਏਟ ਕਰ ਲਿਆ ਸੀ ਕਿ ਸ਼ੂਟ ਕਰਦੇ ਆ। ਉਹ ਐਂ ਨਹੀਂ ਹੁੰਦਾ ਕਿ ਹਰੇਕ ਚੀਜ਼ ਕੈਮਰੇ ਤੇ ਹੀ ਰਿਕਾਰਡ ਹੁੰਦੀ ਆ। ਉਹ ਕਈ ਵਾਰੀ ਮਾਹੌਲ ਬਣਿਆ ਹੁੰਦਾ, ਜਿਵੇਂ ਅਸੀਂ ਇੱਥੇ ਇੱਕ ਦਿਨ ਨਹਾਉਂਦੇ ਸੀ, ਅਸੀਂ ਉਹ ਰਿਕਾਰਡ ਕਰ ਲਿਆ ਕਿ ਉਹ ਕਿਸੇ ਸ਼ਾਰਟ 'ਚ, ਕਿਸੇ ਮੂਵੀ 'ਚ ਪਾ ਦੇਵਾਂਗੇ, ਕਿਸੇ ਫਿਲਮ 'ਚ ਪਾ ਦੇਵਾਂਗੇ, ਜਾਂ ਕਿਸੇ ਵੀਡੀਓ 'ਚ ਪਾ ਦੇਵਾਂਗੇ। ਉਹ ਐਂ ਨਹੀਂ ਹੁੰਦਾ, ਹਰੇਕ ਚੀਜ਼ ਆਰਗੇਨਾਈਜ਼ ਹੀ ਕਰਨੀ ਪੈਂਦੀ ਆ। ਮੈਂ ਉੱਦਾਂ ਦਾ ਬੰਦਾ ਨਹੀਂ, ਮੈਂ ਤਾਂ ਕਿਤੇ ਵੀ ਸ਼ਾਰਟ ਕੱਢ ਦਿੰਦਾ। ਜੈਸਲਮੇਰ ਘੁੰਮਣ ਗਏ ਸੀਗੇ ਹੁਣ, ਅਸੀਂ ਉੱਥੇ ਬਹੁਤ ਵੀਡੀਓ ਰਿਕਾਰਡਿੰਗਾਂ ਕਰੀਆਂ ਕਿ ਕਿਸੇ ਮੂਵੀ 'ਚ, ਗਾਣੇ 'ਚ ਪਾ ਦੇਵਾਂਗੇ। ਉਹ ਤਾਂ ਉੱਦਾਂ ਹੀ ਜਿਵੇਂ ਬਣਾ ਲਿਆ ਉਹਨਾਂ ਨੇ। ਕਮਾਲ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਬੜਾ ਜ਼ੋਰ ਲਾਇਆ ਪੁਲਿਸ ਵਾਲਿਆਂ ਨੇ ਕਿ ਇਹਦਾ ਐਂ ਹੋ ਜਾਵੇ। SHO ਦੇ ਮੂੰਹੋਂ ਕਹਿਣ ਦੀ ਗੱਲ ਆ, ਚਾਹੇ ਹੁਣ ਉਹ ਤੁਸੀਂ ਰਿਕਾਰਡ ਔਨ 에ਅਰ ਛੱਡ ਦਿਓ। SHO ਨੂੰ ਰਮਨਦੀਪ ਦਾ ਫੋਨ ਆਇਆ, ਉਹਨੇ ਆਪ ਦੱਸਿਆ ਸਾਨੂੰ, ਕਹਿੰਦਾ ਇਹਨਾਂ ਦੇ ਪਰਚਾ ਦੇ ਆਲੂ ਵਾਂਗੂ ਛਿਲਦੇ ਚੱਕ ਕੇ ਸਾਹਨੇ ਵਾਲੇ ਨੂੰ। ਇਹ SHO ਦੇ ਮੂੰਹ ਦੀ ਕਹਿਣ ਦੀ ਗੱਲ ਆ ਸਾਨੂੰ। ਫਿਰ ਹੁਣ ਗੱਲ ਤਾਂ ਇਹੀ ਆ ਕਿ ਪੁਲਿਸ ਉਲਝਾਉਣ ਨੂੰ ਫਿਰਦੀ ਆ, ਕੋਈ ਗੱਲ ਨਹੀਂ ਅਲਝੀ ਜਾਵਾਂਗੇ। ਤਾਂ ਛੱਡਤੇ ਹਥਿਆਰ ਸਾਰੇ ਇਹੀ ਕੰਮਾਂ ਕਾਰਾਂ ਵਾਲੇ। ਹੁਣ ਤਾਂ ਦੂਆ ਹੀ ਭਾਲਾ ਹੀ ਰੱਖਿਆ ਮੋਢੇ ਤੇ ਕਿ ਇੱਧਰ ਨੂੰ ਸਿੱਧੇ ਹੋਏ ਆ। ਇਨਸਾਫ ਤਾਂ ਲੈ ਕੇ ਹਟੂੰਗਾ ਹੀ ਮੈਂ ਕੁਛ ਨਹੀਂ, ਕਿਸੇ ਨੂੰ ਪ੍ਰੂਫ ਨਹੀਂ ਕਰਨਾ ਕੁਛ। ਮੈਂ ਆਪਦੇ ਮਾਂ ਪਿਓ ਨੂੰ ਪ੍ਰੂਫ ਕਰਨਾ ਕਿ ਤੁਹਾਡਾ ਮੁੰਡਾ ਬਹੁਤ ਇੱਕ ਵਧੀਆ ਬੰਦੇ ਨੂੰ ਤੁਸੀਂ ਜਨਮ ਦਿੱਤਾ, ਬਸ ਵਧੀਆ ਬੰਦੇ ਨੂੰ ਜਨਮ ਦਿੱਤਾ। ਲੇਕਿਨ ਸਿੱਧੇ ਤੌਰ 'ਤੇ ਜੇਕਰ ਗੱਲ ਕਰੀਏ ਕੌਣ ਸਾਹਿਬ, ਕਹਿੰਦੇ ਤੁਹਾਨੂੰ ਵੀ ਕਾਫੀ ਕੁਝ ਫੇਸ ਕਰਨਾ ਪਿਆ, ਟਰੋਲਿੰਗ ਤੋਂ ਲੈ ਕੇ ਸਿਕਿਉਰਿਟੀ ਤੱਕ ਤੁਹਾਡੀ ਵਿਡਰੋ ਕਰ ਦਿੱਤੀ ਗਈ ਸੀ ਜਦੋਂ ਤੁਸੀਂ ਇਸ ਕੇਸ ਨਾਲ ਜੁੜੇ ਹੋ। ਦੇਖੋ, ਮੈਂ ਜਦੋਂ ਪ੍ਰੋਫੈਸ਼ਨ 'ਚ ਆਇਆ ਸੀ ਨਾ, ਮੈਨੂੰ ਲੱਗਦਾ ਜੋ ਵੀ ਵਕੀਲ ਬਣ ਕੇ ਆਉਂਦੇ ਨੇ ਇਸ ਪ੍ਰੋਫੈਸ਼ਨ 'ਚ LLB ਕਰਕੇ, ਉਹਨਾਂ ਨੂੰ ਨਾ ਇੱਕ ਪੈਸ਼ਨ ਹੁੰਦਾ ਹੈ ਵੀ ਯਾਰ ਕੁਝ ਕਰਾਂਗੇ ਕਿਸੇ ਲਈ, ਕੋਈ ਜਸਟਿਸ ਕਰਾਵਾਂਗੇ। ਸਰ, ਮੈਂ ਇੱਕ ਸ਼ੇਅਰ ਇਹ ਕਰੂੰਗਾ ਕਿ ਜਦੋਂ ਅਸੀਂ ਅਲੀ ਦਾ ਕੇਸ ਕੀਤਾ, ਨੋ ਡਾਊਟ ਪਬਲਿਕ ਨਾਲ ਖੜੀ ਬੜਾ ਐਪਰੀਸ਼ੀਏਟ ਕੀਤਾ ਵੀ ਚੰਗਾ ਕੰਮ ਕਰ ਰਹੇ ਹੋ, ਸੱਚੇ ਬੰਦੇ ਦਾ ਕੇਸ ਲੜਨ 'ਚ ਚੰਗਾ ਲੱਗਦਾ ਹੈ। ਪਰ ਮੈਂ ਤੁਹਾਨੂੰ ਇੱਕ ਚੀਜ਼ ਅੱਜ ਸ਼ੇਅਰ ਕਰੂੰਗਾ। ਮੇਰੇ ਖਿਆਲ 'ਚ ਐਲੀ ਬਾਹਰ ਆਇਆ 18-19 ਤਰੀਕ ਨੂੰ, ਜਦੋਂ ਅਸੀਂ ਜ਼ਮਾਨਤ ਕਰਾਈ। 20 ਤਰੀਕ ਨੂੰ ਸਰ ਸਾਡੇ ਨਾਲ, ਕਿਉਂਕਿ ਅਸੀਂ ਵੱਡੇ ਕ੍ਰਿਮੀਨਲ ਕੇਸਿਸ ਬਾਬਾ ਜੀ ਢੰਡਰੀਆਂ ਦੇ ਵੀ ਲੜਦੇ ਹਾਂ, ਸਾਡੇ ਨਾਲ ਇੱਕ ਸਿਕਿਉਰਿਟੀ ਕਵਰ 2015 ਤੋਂ ਚੱਲਦਾ ਸੀ। ਸਰ 4 ਸਾਲ ਬਾਅਦ ਵਿਦਆਊਟ ਐਨੀ ਇੰਟੀਮੇਸ਼ਨ ਸਾਡੇ ਗਨਮੈਨਾਂ ਨੂੰ ਇਹ ਕਹਿ ਦਿੱਤਾ ਗਿਆ ਬਈ ਤੁਸੀਂ ਜਿੱਥੇ ਹੈਗੇ ਨੇ ਉੱਥੇ ਹੀ ਇਹਨਾਂ ਨੂੰ ਡ੍ਰੌਪ ਕਰ ਦਿਓ, ਛੱਡ ਦਿਓ। ਤਾਂ ਮੈਨੂੰ 2 ਦਿਨ ਮੈਂ ਤੇ ਬ੍ਰਦਰ ਨੇ ਆਪਣਾ ਇਸ ਚੀਜ਼ 'ਚ ਇਹ ਹਾਨੀ ਸਮਝੀ। ਮੈਂ ਹਨੇਰੇ ਵਾਲੇ ਕਮਰੇ 'ਚ ਬੈਠਾ ਰਿਹਾ ਕਿ ਯਾਰ ਪਤਾ ਨਹੀਂ ਮੈਂ ਗਲਤੀ ਕਰਤੀ ਕੋਈ, ਵੀ ਜੇ ਕੋਈ ਕੇਸ ਚੰਗਾ ਪਲੀਡ ਕਰੋ। ਦੇਖੋ, ਵਕੀਲ ਨੂੰ ਸਾਨੂੰ ਸਿਖਾਇਆ ਕੀ ਜਾਂਦਾ ਹੈ ਵੀ ਤੁਸੀਂ ਚੰਗਾ ਕੇਸ ਪਲੀਡ ਕਰਨਾ ਹੈ, ਆਪਣੇ ਕਲਾਇੰਟ ਨਾਲ ਓਨੈਸਟ ਰਹਿਣਾ ਹੈ ਤੇ ਜਸਟਿਸ ਕਰਾਉਣਾ ਹੈ। ਤੇ ਸਰ ਮੈਨੂੰ ਜਿਹੜੀ ਸਜ਼ਾ ਦਿੱਤੀ, ਔਰ ਸਾਨੂੰ ਦੋਨਾਂ ਭਰਾਵਾਂ ਨੂੰ ਮੁੜ ਕੇ 1.5 ਮਹੀਨਾ ਅਸੀਂ ਸਰ ਆਪਣੇ ਯਾਰ ਦੋਸਤ ਸਾਡੇ ਨਾਲ, ਚਲੋ ਕਮਲ ਬਾਜਵਾ ਸਾਡਾ ਬ੍ਰਦਰ ਏ, ਬੜਾ ਸਰਕਲ ਸੀ ਸਾਡਾ, ਠੀਕ ਹੈ, ਰੰਧਾਵੇਰੀ ਸੀਗੇ ਮੁੰਡੇ। ਉਹਨਾਂ ਨੇ ਕਿਹਾ ਵੀ ਬਾਈ ਜੀ ਡਰਨਾ ਨਹੀਂ, ਐਲੀ ਦਾ ਸਾਰਾ ਸਰਕਲ ਸੀਗਾ। ਉਹ ਕਹਿੰਦੇ ਬਾਈ ਜੀ ਕੋਈ ਨਹੀਂ, 5-5 4-4 ਗੱਡੀਆਂ ਤੁਹਾਡੇ ਨਾਲ ਚੱਲਣਗੀਆਂ, ਤੁਸੀਂ ਸੱਚ ਦੀ ਲੜਾਈ ਲੜੀਏ। ਇਹ ਅਸੀਂ ਚੀਜ਼ਾਂ ਵਨੀਤ ਜੀ ਫਿਲਮਾਂ 'ਚ ਦੇਖਦੇ ਸੀ, ਆਪਾਂ ਫਿਲਮਾਂ 'ਚ ਦੇਖਦੇ ਸੀ ਵੀ ਜੇ ਕੋਈ ਵਕੀਲ ਕੰਮ ਚੰਗਾ ਕਰਦਾ ਹੈ ਤਾਂ ਉਹਨੂੰ ਤੁਸੀਂ ਕੋਈ ਨਾ ਕੋਈ ਤਰੀਕੇ ਨਾਲ ਸਨੱਬ ਕਰੋ। ਹੁਣ ਇੱਥੇ ਚੀਜ਼ ਮੇਰਾ ਇੱਕ ਹੋਰ ਵੀ ਸਾਨੂੰ ਜਿਹੜੀ ਇੱਕ ਚੀਜ਼ ਤਾਂ ਇਹ ਆਈ, ਚਲੋ ਐਨੀ ਹਾਊ ਮੈਂ ਹਾਈ ਕੋਰਟ 'ਚ ਅਪਰੋਚ ਕੀਤਾ ਸੀ ਮਾਣਯੋਗ ਜਸਟਿਸ ਸੁਦੀਪ ਆਹਲੂਵਾਲੀਆ, ਅਸੀਂ ਆਪਣੀ ਰਿਟ ਪਾਈ ਵੀ ਸਾਨੂੰ ਆਹ ਸਿੱਟਾ ਮਿਲਿਆ। ਸੋ ਮਾਣਯੋਗ ਜਸਟਿਸ ਸੁਦੀਪ ਆਹਲੂਵਾਲੀਆ ਨੇ ਸਾਡੀ ਸਿਕਿਉਰਿਟੀ ਜਿਹੜੀ ਸੋ ਐਜ਼ ਇਟ ਇਜ਼ ਬਹਾਲ ਕੀਤੀ। ਹਾਈ ਕੋਰਟ ਨੇ ਸਾਨੂੰ ਇਨਸਾਫ ਦਿੱਤਾ। ਸੋ ਸਾਡੀ ਸਿਕਿਉਰਿਟੀ ਤਾਂ ਚਲੋ ਬਹਾਲ ਕਰਤੀ। ਹੁਣ ਇੱਕ ਚੀਜ਼ ਹੋਰ ਬਣੀ ਜੀ, ਜਦੋਂ ਸਰ ਅਸੀਂ ਕੇਸ ਕੀਤਾ, ਕੇਸ ਤੋਂ ਬਾਅਦ ਠੀਕ ਹੈ ਸਾਨੂੰ ਜਨਤਾ ਨੇ ਬੜਾ ਠੀਕ ਪੋਜ਼ਿਟਿਵਲੀ ਕੀਤਾ। ਹੁਣ ਅਸੀਂ ਜੇਕਰ ਕੋਈ ਇੰਸਟਾ ਤੇ ਕੋਈ ਫੇਸਬੁੱਕ ਤੇ ਕੋਈ ਫੋਟੋ ਪਾ ਦਿੰਦੇ ਹਾਂ, ਅੱਧੇ ਕੁ ਲੋਕ ਪਤਾ ਕੀ ਲਿਖ ਦੇਣਗੇ, ਵਿੱਚੋਂ 90% ਪੋਜ਼ਿਟਿਵ ਨੇ, ਅੱਧੇ ਲੋਕ ਕੀ ਲਿਖਣਗੇ, ਉਹ ਯਾਰ ਪਹਿਲਾਂ ਤੁਸੀਂ ਐਲੀ ਨੂੰ ਕਟਾਤਾ, ਤੁਸੀਂ ਐਲੀ ਨੂੰ ਕਟਾਇਆ ਤੇ ਉਹਦੇ ਕੇਸ ਦਾ ਕੁਝ ਨਹੀਂ ਬਣਿਆ। ਸੋ ਇੱਕ ਜਿਹੜਾ ਮੈਂ ਬ੍ਰਦਰ ਆ ਜਿਹੜਾ ਕੋਟ ਪਾਇਆ ਨਾ, ਇਹ ਅਸੀਂ ਇਨਸਾਫ, ਅਸੀਂ ਕੋਈ ਜੱਜ ਨਹੀਂ ਹੈਗੇ,
ਨਾ ਅਸੀਂ ਕਿਸੇ ਹਾਇਰ ਅਥਾਰਟੀ ਤੇ ਬੈਠੇ ਹਾਂ। ਸਾਡਾ ਫਰਜ਼ ਇਹ ਕੀ ਹੈ ਕਿ ਅਸੀਂ ਵਕਾਲਤ ਰਾਹੀਂ, ਜੱਜਾਂ ਨੂੰ ਦਲੀਲਾਂ ਰਾਹੀਂ, ਰਿਕਾਰਡ ਰਾਹੀਂ ਜੋ ਅਸੀਂ ਕਰ ਸਕਦੇ ਸੀ। ਵੇਖੋ, ਮੈਂ ਇੱਥੇ ਕਿਸੇ ਨੂੰ ਜਸਟੀਫਿਕੇਸ਼ਨ ਵੀ ਨਹੀਂ ਦੇਣੀ, ਪਰ ਉਦੋਂ ਮਨ ਦੁਖਦਾ ਹੈ ਵੀ ਯਾਰ ਜੇ ਸੱਚ ਦੀ ਲੜਾਈ ਲੜੀ ਤੇ ਫਿਰ ਵੀ ਇਹੋ ਜਿਹੇ ਮੈਸੇਜ। ਠੀਕ ਹੈ ਜੀ, ਪਰ ਆਪਣੇ ਆਪ ਨੂੰ ਮੋਟੀਵੇਟ ਕਰਕੇ ਰੱਖਦੇ ਹਾਂ, ਕੌਨਫੀਡੈਂਸ ਹੈ, ਕੋਈ ਗੱਲ ਨਹੀਂ। ਅਸੀਂ ਤਾਂ ਆਪਣਾ ਕੰਮ ਜਿਹੜਾ ਆਪਾਂ ਚਿੱਟੀ ਪੱਗ ਬੰਨੀਏ ਤੇ ਦਾਗ ਨਹੀਂ ਲੱਗਣ ਦੇਣਾ, ਜ਼ੋਰ ਲਾਵਾਂਗੇ ਤੇ ਲਾਉਂਦੇ ਰਹਾਂਗੇ। ਜੀ ਸਿਰਫ 1 ਮਿੰਟ ਦਾ ਟਾਈਮ ਲਵਾਂਗਾ, ਵਾਈਂਡ ਅਪ ਕਰਾਂਗੇ ਜੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਬਾਈ ਮੰਗਟਰੀ ਬੈਠੇ ਨੇ ਵੀ ਸੁਧਾਰ ਜਿਹੜਾ ਹੈ ਪੰਜਾਬ ਪੁਲਿਸ 'ਚ ਇਹ ਕਦੋਂ ਕੋ ਹੋਣਾ ਹੈ, ਇੱਕ ਸਵਾਲ ਇਹਨਾਂ ਨੂੰ। ਮੈਂ ਸਮਝਦਾ ਵੀ ਡੀਕੇ ਬਾਸੂ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਬੱਚੇ ਨੂੰ ਮੈਂ ਕੋਸ਼ਿਸ਼ ਕੀਤੀ ਵੀ ਯਾਰ ਐਟਲੀਸਟ ਪਤਾ ਲੱਗੇ ਵੀ ਕਿਸੇ ਵੀ ਬੰਦੇ ਨਾਲ 3rd ਡਿਗਰੀ ਟੌਰਚਰ ਜਿਹੜਾ ਹੈ, ਬਰੂਟੈਲਿਟੀ, ਇਹ ਨਾ ਕੀਤੀ ਜਾਵੇ। ਸੋ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੋਵੇਂ ਭਰਾ ਬੈਠੇ ਹਾਂ, ਸਾਡੀ ਟੀਮ ਨਾਲ ਲਾਇਰਸ ਦੀ ਬੈਠੀ ਹੈ, ਬਾਈ ਮਾਂਗਟ ਸਾਹਿਬ ਇੱਥੇ ਬੈਠੇ ਨੇ। ਅਸੀਂ ਇੱਕ ਚੀਜ਼ ਅਖੀਰਲੇ ਦਮ ਤੱਕ ਲੜਾਂਗੇ ਔਰ ਐਲੀ ਮਾਂਗਟ ਬਾਈ ਦੀ ਜਿਹੜੀ ਇੱਕ ਜਜਮੈਂਟ ਹੈ ਨਾ, ਇਹ ਅਸੀਂ ਚਾਹੁੰਦੇ ਹਾਂ ਵੀ ਪਾਸ ਇਸ ਤਰੀਕੇ ਨਾਲ ਕਰਾ ਦਈਏ ਵੀ ਕੱਲ੍ਹ ਨੂੰ ਕਿਸੇ ਬੰਦੇ ਨਾਲ ਵੀ ਕੋਈ 3rd ਡਿਗਰੀ ਟੌਰਚਰ ਛੱਡ ਕੇ ਕਿਸੇ ਇੱਕ ਇਨੋਸੈਂਟ ਬੰਦੇ ਦੀ ਹਵਾ ਵੱਲ ਵੀ ਕੋਈ ਵਨੀਤੀ ਜਿਹੜਾ ਨਾ ਦੇਖੇ। ਸੋ ਇਸ ਚੀਜ਼ ਦੇ ਲਈ ਜੇ ਵਾਹਿਗੁਰੂ ਨੇ ਸਾਹ ਦੇ ਦਿੱਤੇ ਤਾਂ ਇਹਨੂੰ ਜ਼ਰੂਰ ਸਿਰੇ ਤੱਕ ਲਵਾ ਕੇ ਆਵਾਂਗੇ। ਬਸ ਇੰਨੇ ਹੀ ਸਾਡੀ ਮਰੀਜ਼ ਜੀ ਸਾਡੀ ਸਿਰੇ ਲਾ ਕੇ ਰੱਖਾਂਗੇ। ਲੇਕਿਨ ਅਲੀ, ਸਿੱਖ ਮਿਲਦੀ ਹੈ ਕੋਈ ਇਸ ਪੂਰੇ ਮਾਮਲੇ ਨੂੰ ਵੇਖਦੇ ਹੋਏ? ਤੁਹਾਡੇ ਨਾਲ ਜੋ ਕੁਝ ਵੀ ਵਾਪਰਿਆ ਉਸ ਨੂੰ ਲੈ ਕੇ ਕੋਈ ਸਿੱਖ ਮਿਲਦੀ ਹੈ? ਸਿੱਖਿਆ ਹੀ ਹੈ ਜੀ ਬਹੁਤ ਕੁਝ, ਕਿ ਪੁਲਿਸ ਕਿਵੇਂ ਚੰਗੇ ਭਲੇ ਬੰਦੇ ਨੂੰ ਉਲਝਾ ਕੇ ਰੱਖਦੀ ਆ। ਫਿਲਮਾਂ 'ਚ ਦੇਖਦੇ ਹੁੰਦੇ ਸੀ, ਇਹ ਤਾਂ ਅੱਜ ਸੱਚੀਆਂ ਚੀਜ਼ਾਂ ਦੇਖੀਆਂ ਆ। ਹੁਣ ਸਿੱਖ ਤਾਂ ਇਹੀ ਮਿਲਦੀ ਆ ਕਿ ਚੰਗਾ ਕੰਮ ਕਰੋਗੇ ਤਾਂ ਵੀ ਜੁੱਤੀਆਂ ਪੈਣਗੀਆਂ, ਮਾੜਾ ਕੰਮ ਕਰੋਗੇ ਤਾਂ ਵੀ ਜੁੱਤੀਆਂ ਪੈਣਗੀਆਂ। ਬਟ ਬਾਈ ਹੁਣਾਂ ਦੇ ਕਹਿਣ ਵਾਂਗੂ ਜਿਵੇਂ ਇਹਨਾਂ ਦੀ ਪੱਗ ਚਿੱਟੀ ਆ, ਉੱਦਾਂ ਦਿਲ ਚਿੱਟਾ, ਦਾਗ ਨਹੀਂ ਕਦੇ ਲੱਗਣ ਦੇਵਾਂਗੇ। ਨਾ ਬਾਈ ਹੁਣਾਂ ਤੇ ਕਦੇ ਆਂਚ ਆਉਣ ਦੇਵਾਂਗੇ, ਨਾ ਇਹ ਮੇਰੇ ਤੇ ਆਉਣ ਦਿੰਦੇ ਆ। ਕਹਿੰਦੇ ਟ੍ਰੋਲਿੰਗ ਤੁਹਾਡੀ ਵੀ ਬਹੁਤ ਹੋਈ ਹੈ, ਮਜ਼ਾਕ ਕਾਫੀ ਬਣਿਆ ਤੁਹਾਡੀ ਉਹ ਵੀਡੀਓ ਦਾ, ਜਿਸ ਦੇ ਵਿੱਚ ਤੁਸੀਂ ਇਹ ਕਹਿੰਦੇ ਸੀ ਤਸ਼ੱਦਦ ਕੁੱਟਿਆ। ਓ ਯਾਰ, ਬਾਈ ਬੱਬੂ ਮਾਨ ਇੱਕ ਕਹਿੰਦਾ ਹੁੰਦਾ, ਜਿਹੜੀ ਪਿੰਡ ਦੀ ਸਾਰਿਆਂ ਨਾਲੋਂ ਵੱਡੀ ਖੱਚ ਹੁੰਦੀ ਆ ਨਾ, ਖੱਚ ਮਤਲਬ ਜਿਹੜਾ ਵਿਹਲੜ ਹੁੰਦਾ ਸਿਰੇ ਦੀ ਜਿਹੜੀ ਖੱਚ ਹੁੰਦੀ ਆ ਨਾ, ਉਹਦੇ ਫੇਸਬੁੱਕ ਤੇ ਸਾਰਿਆਂ ਨਾਲੋਂ ਵੱਧ ਲਾਈਕ ਹੁੰਦੇ ਨੇ। ਜਿਹੜੀ ਪਿੰਡ ਦੀ ਸਾਰਿਆਂ ਨਾਲੋਂ ਵੱਡੀ ਖੱਚ ਹੁੰਦੀ ਆ, ਤੇ ਇਹੋ ਜਿਹੇ ਕਮੈਂਟ ਉਹੀ ਕਰ ਦਿੰਦੇ ਆ ਜਿਨ੍ਹਾਂ ਨੇ ਆਪ ਕਦੇ ਕੁੱਤੇ ਦੇ ਡਾਂਗ ਮਾਰੀ ਨਹੀਂ ਹੁੰਦੀ ਤੇ ਨਾ ਉਹਨਾਂ ਦੇ ਕਦੇ ਡਾਂਗ ਪਈ ਹੁੰਦੀ ਆ। ਜਦੋਂ 15 ਜਣੇ ਇੱਕ ਕਮਰੇ 'ਚ ਬਾੜ ਕੇ ਕੁੱਟਦੇ ਆ ਨਾ ਕਿਸੇ ਨੂੰ, ਉਦੋਂ ਜਿਹੜੇ ਦੇ ਪਈਆਂ ਹੁੰਦੀਆਂ ਨੇ ਉਹਨੂੰ ਹੀ ਪਤਾ ਹੁੰਦਾ। ਆ ਬਾਹਰ ਬਹਿ ਕੇ ਡਾਇਲੋਗ ਮਾਰਨੇ ਬਹੁਤ ਸੌਖੇ ਆ, ਕਿਤੇ ਟਾਈਮ ਪਿਆ ਹੋਵੇ ਉਦੋਂ ਕੁੱਟ ਵੀ ਪੈ ਜਾਵੇ ਨਾ ਬੰਦੇ ਦੇ, ਬੰਦਾ ਦੋ ਘੜੀ ਝੱਲ ਲੈਂਦਾ ਕਿ ਅਗਲੇ ਨੇ ਵੰਗਾਰ ਕੇ ਸੱਦਿਆ ਸੀ ਤੇ ਮੈਂ ਉੱਥੇ ਕੁੱਟ ਖਾਣ ਗਿਆ, ਉੱਥੇ ਬੰਦਾ ਝੱਲ ਵੀ ਲੈਂਦਾ। ਪਰ ਜਿੱਥੇ ਤੁਹਾਨੂੰ ਪਤਾ ਹੀ ਨਹੀਂ ਕਿ ਕੀ ਹੋ ਕੀ ਰਿਹਾ ਹੈ, ਇੱਕ ਕਮਰੇ 'ਚ ਵੜ ਲਿਆ, ਉੱਥੇ ਨਾ ਕੋਈ ਤੁਹਾਡੀ ਆਵਾਜ਼ ਸੁਣਦਾ, ਨਾ ਕੁਛ ਹੋਰ, ਨਾ ਕੋਈ ਉਪਰਾ ਬੰਦਾ ਅੰਦਰ ਵੜ ਸਕਦਾ, ਉਹ ਤਾਂ ਜੋ ਮਰਜ਼ੀ ਕਰੀ ਜਾਓ। ਮੇਰੇ ਨਾਲ ਵੀ ਹੋਈ ਹੋਇਆ, ਕੁੱਟ ਖਾਧੀ, ਦੱਸਿਆ ਆ ਕੇ, ਹੁਣ ਮੇਰੇ ਮੂੰਹ ਗਲਤ ਵਰਡ ਨਿਕਲਣਗੇ, ਡਰਪੋਕਾਂ ਵਾਂਗੂ ਅੰਦਰ ਵੜ ਕੇ ਨਹੀਂ ਬੈਠਿਆ। ਮੈਂ ਕਹਿਣਾ ਨਹੀਂ ਚਾਹੁੰਦਾ, ਮੇਰੇ ਨਾਲ ਦੇ ਗਾਉਣ ਵਾਲੇ ਜਿਹੜੇ ਸਾਥੀ ਆ, ਮੈਨੂੰ ਕੱਲੇ ਕੱਲੇ ਦਾ ਨਾਂ ਰਮਨਦੀਪ ਨੇ ਆਪ ਦੱਸਿਆ, ਇੱਥੇ ਹੀ ਕੁੱਟਿਆ, ਆਹ ਵੀ ਕੁੱਟਿਆ, ਉਹ ਵੀ ਕੁੱਟਿਆ, ਆਹ ਵੀ ਕੁੱਟਿਆ, ਇਹਨੂੰ ਐਂ ਕੁੱਟਿਆ, ਇਹਨੂੰ ਐਂ ਕੁੱਟਿਆ, ਕੱਲੇ ਕੱਲੇ ਕਲਾਕਾਰ ਦਾ ਮੈਨੂੰ ਨਾਂ ਦੱਸਿਆ ਨੇ। ਪਰ ਮੈਂ ਮਨੋ ਮਨੀ ਕਹਿੰਦਾ ਹੁੰਦਾ ਸੀ ਕਿ ਹੁਣ ਗਲਤ ਬੰਦਾ ਕੁੱਟਿਆ। ਮੈਂ ਤੋਂ ਜਦ ਪੈਸੇ ਵੀ ਮੰਗੇ ਸੀ ਨਾ, ਮੈਂ ਇਹ ਗੱਲ ਕਹੀ ਸੀਗੀ, ਜਦ ਮੈਨੂੰ ਕਹਿੰਦੇ ਕਰੋੜ ਰੁਪਈਆ ਦੇ ਦੇ, ਮੈਂ ਕਿਹਾ ਦਿੰਦਾ ਨਹੀਂ, ਬਾਹਰ ਨਿਕਲ ਕੇ ਕਰੋੜ ਲਾ ਦੂੰ ਤੇਰੇ ਤੇ, ਤੈਨੂੰ ਨਹੀਂ ਦਿੰਦਾ। ਮੇਰੇ ਅਸਲ 'ਚ ਕੋਟੀ ਵਾਲੀ ਤਾਂ ਪਈ ਆ, ਇੰਨੀ ਪੈਣੀ ਨਹੀਂ ਸੀ। ਬਥੇਰਾ ਰੋਇਆ, ਬਥੇਰਾ ਗੜਗੜਾਇਆ ਉਹਨਾਂ ਦੇ ਸਾਹਮਣੇ ਕਿ ਯਾਰ ਮੇਰੀ ਗਲਤੀ ਕੀ ਆ, ਮੈਨੂੰ ਇਹ ਤਾਂ ਦੱਸ ਦਿਓ ਕਿ ਮੇਰੇ ਤੋਂ ਗਲਤੀ ਕੀ ਹੋ ਗਈ। ਉੱਥੇ ਅਸੀਂ ਕੋਈ ਲਾਅ ਨਹੀਂ ਤੋੜਿਆ, ਕਿਸੇ ਦੇ ਅਸੀਂ ਡਾਂਗ ਨਹੀਂ ਮਾਰੀ, ਕਿਸੇ ਨੂੰ ਅਸੀਂ ਗਾਲ ਨਹੀਂ ਕੱਢੀ, ਤੁਹਾਨੂੰ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਹਾ। ਤੁਸੀਂ ਕਿਹਾ ਉਤਰੋ ਗੱਡੀ 'ਚ ਬਹਿ ਜਾਓ, ਅਸੀਂ ਗੱਡੀ 'ਚ ਬਹਿ ਗਏ ਹਾਂ। ਕੋਈ ਸਾਡੀ ਗਲਤੀ ਹੁੰਦੀ ਉੱਥੇ ਮੌਕੇ ਤੇ, ਬਾਹਰੋਂ ਅਸੀਂ ਯਾਰ, ਮੈਂ ਤਾਂ ਨਿਊਜ਼ੀਲੈਂਡ ਬੈਠਾ ਸੀ, ਮੈਂ ਉੱਥੋਂ ਕੁਛ ਕਹੀ ਜਾਵਾਂ, ਇਹਨਾਂ ਦਾ ਰਾਈਟ ਹੀ ਨਹੀਂ ਬਣਦਾ ਪਰਚਾ ਦੇਣ ਦਾ। ਉੱਥੋਂ ਦੀ ਗਵਰਨਮੈਂਟ ਨੂੰ ਪਹਿਲਾਂ ਇਹਨਾਂ ਨੇ ਅਪਰੋਚ ਕਰਨਾ ਸੀ, ਉਹਨਾਂ ਦੀ ਰਾਏ ਲੈ ਕੇ ਇਹਨਾਂ ਨੂੰ ਪਰਚਾ ਦੇਣਾ ਚਾਹੀਦਾ। ਮੇਰੇ ਤੇ ਤਾਂ ਪਰਚਾ ਹੀ ਨਹੀਂ ਸੀ ਬਣਦਾ। ਇਹ ਗੁੰਡਾ ਰਾਜ ਹੀ ਆ, ਇਹ ਜੰਗਲ ਰਾਜ ਹੀ ਆ ਇਹ, ਕਿ ਉੱਥੋਂ ਮੈਂ ਤਾਂ ਓਵਰਸੀਜ਼ ਬੈਠਾ ਆ, ਤੁਸੀਂ ਮੇਰੇ ਤੇ ਕਿਵੇਂ ਪਰਚਾ ਦੇ ਦੋਗੇ? ਜਾਂ ਤਾਂ ਮੈਂ ਇੱਥੇ ਕੋਈ ਕ੍ਰਾਈਮ ਕਰਕੇ ਬਾਹਰ ਭੱਜ ਕੇ ਬਿਆਨਬਾਜ਼ੀ ਕਰਦਾ ਤਾਂ ਤੁਸੀਂ ਮੇਰੇ ਤੇ ਪਰਚਾ ਦੇ ਸਕਦੇ ਹੋ, ਓਵਰਸੀਜ਼ 'ਚੋਂ ਬੈਠਾ ਮੈਂ ਬੋਲ ਰਿਹਾ, ਤੁਸੀਂ ਕਿਵੇਂ ਪਰਚਾ ਦੇ ਦੋਗੇ? ਗੁੰਡਾ ਰਾਜ ਹੀ ਆ ਇਹ। ਸਿੱਖ ਤਾਂ ਇਹ ਮਿਲਦੀ ਆ, ਪੁਲਿਸ ਕੁਝ ਵੀ ਕਰ ਸਕਦੀ ਆ, ਬਟ ਬਾਈ ਦੇ ਕਹਿਣ ਵਾਂਗੂ ਇੱਕ ਮਿਸਾਲ ਬਣਾ ਕੇ ਜਾਵਾਂਗੇ। ਲੱਗਦਾ ਸੁੱਕਾ ਜਾਣ ਦਊਗੀ ਫਿਰ ਪੁਲਿਸ? ਫਿਰ ਕੀ ਹੋ ਗਿਆ ਜੀ, ਬੰਦੇ ਹੀ ਆ, ਰੱਬ ਤਾਂ ਨਹੀਂ ਹੈਗੇ ਉਹ। ਕਾਗਜ਼ਾਂ ਤੇ ਹੀ ਲਿਖ ਸਕਦੇ ਆ, ਕਿਸਮਤ ਤਾਂ ਨਹੀਂ ਲਿਖਣਗੇ ਮੇਰੀ, ਕਾਗਜ਼ਾਂ ਤੇ ਹੀ ਲਿਖ ਦੇਣਗੇ, ਕੋਈ ਗੱਲ ਨਹੀਂ। ਬੈਠੇ ਆ ਪਰਮਾਤਮਾ ਨਾਲ, ਰੱਬ ਨੂੰ ਮੰਨਦੇ ਹੋ ਤੁਸੀਂ? ਮੰਨਦੇ ਹੋ ਰੱਬ ਨੂੰ? ਬਸ ਫਿਰ ਜਿਹੜਾ ਰੱਬ ਨੂੰ ਮੰਨਦਾ ਕਦੇ ਧੋਖਾ ਹੀ ਨਹੀਂ ਖਾਂਦਾ। ਮੈਂ ਇੱਕ ਚੀਜ਼ ਤੁਹਾਨੂੰ ਦੱਸੂਗਾ ਇੱਕ ਐਕਸਪੀਰੀਅੰਸ 'ਚ, ਜੇ ਮੈਨੂੰ ਲੱਗਦਾ ਐਲੀ ਬਾਹਰ ਆ ਕੇ ਇਹ ਸਾਰੀ ਚੀਜ਼ ਨਾ ਰੱਖਦਾ ਨਾ ਅੱਗੇ,
ਤਾਂ ਇਹ ਬੰਦਾ ਮੈਨੂੰ ਲੱਗਦਾ ਘੁੱਟ-ਘੁੱਟ ਕੇ ਭਾਜੀ ਸੁਸਾਈਡ ਤੱਕ ਜਾਂਦਾ। ਇਹਦੇ ਫਰੈਂਡਸ ਨੇ ਦੱਸਿਆ 1.5 ਮਹੀਨਾ ਇਹ ਇਕੱਲਾ ਸੌਣ ਵਾਲਾ ਬੰਦਾ ਸੀ। 6 ਮੁੰਡੇ ਆਪਣੇ ਨਾਲ ਪਾਉਂਦਾ ਸੀ, ਰਾਤ ਨੂੰ ਅੱਧੀ ਰਾਤ ਨੂੰ ਉੱਠਦਾ ਸੀ। ਸੋ ਇਹਦਾ ਜਿਹੜਾ ਗੁਬਾਰ ਨਿਕਲ ਗਿਆ, ਮੈਨੂੰ ਲੱਗਦਾ ਜੋ ਇਹਦੇ ਅੰਦਰ ਸੀ ਉਹ ਬਾਹਰ ਨਿਕਲਣ ਨਾਲ ਮੈਨੂੰ ਲੱਗਦਾ ਵਨੀਤ ਜੀ ਨੂੰ ਸ਼ਾਇਦ ਕੋਈ ਨਾ ਕੋਈ ਠੰਡ ਪਈ ਹੋਏਗੀ ਉਦੋਂ। ਔਰ ਮੈਂ ਸਾਰੇ ਇਹਦੇ ਯਾਰਾਂ ਦੋਸਤਾਂ ਦਾ ਅਸੀਂ ਦੇਖਦੇ ਰਹੇ ਹਾਂ, ਧੰਨਵਾਦ ਕਰਦੇ ਹਾਂ ਇਹਦੇ ਸਰਕਲ ਦਾ, ਜਿਨਨੇ ਇਹ ਸਮਝਿਆ ਬਈ ਸਾਡਾ ਭਰਾ ਇਹ ਕਿਤੇ ਕੋਈ ਗਲਤ ਸਟੈਪ ਨਾ ਲੈ ਜਾਵੇ। ਕਿਉਂਕਿ ਭਾਜੀ ਜਿਹੜੇ ਨਾਲ ਬਰੂਟੈਲਿਟੀ ਹੁੰਦੀ ਹੈ ਨਾ, ਉਹਨੂੰ ਜਦੋਂ ਰਾਤ ਨੂੰ ਬੰਦਾ ਇਕੱਲਾ ਸੌਂਦਾ ਨਾ, ਭਾਵੇਂ ਦਿਨੇ ਜਿੰਨੇ ਮਰਜ਼ੀ ਯਾਰ ਹੋਣ, ਜਿੰਨਾ ਮਰਜ਼ੀ ਹੱਸਦਾ ਹੋਵੇ, ਉਹ ਇੱਕ ਵਾਰੀ ਜ਼ਰੂਰ ਸੋਚਦਾ ਯਾਰ ਉਹ ਟਾਈਮ ਜਦੋਂ ਆਉਂਦਾ ਹੈ ਨਾ, ਇਹ ਕਹਿੰਦੇ ਇਹ ਪਸੀਨੋ ਪਸੀਨਾ ਹੋ ਜਾਂਦਾ ਸੀ। ਫਿਰ ਇਹਨੂੰ ਕਹੀਦਾ ਸੀ ਵੀ ਅਲੀ ਤੇਰੇ ਨਾਲ ਆ। ਸੋ ਮੈਨੂੰ ਇਹ ਲੱਗਦਾ ਵੀ ਜੇ ਅਲੀ ਉਹ ਗੁਬਾਰ ਨਾ ਕੱਢਦਾ ਤਾਂ ਉਹ ਪੱਥਰ ਇਹਦੇ ਅੰਦਰ ਰਹਿ ਜਾਣਾ ਸੀ ਔਰ ਇਹ ਕੋਈ ਨਾ ਕੋਈ ਗਲਤ ਸਟੈਪ ਵੀ ਲੈ ਸਕਦਾ ਸੀ। ਗੁਬਾਰ ਨਿਕਲ ਗਿਆ ਅਲੀ? ਕੱਢਾਂਗੇ, ਅਜੇ ਨਿਕਲਿਆ ਨਹੀਂ। ਉਹੀ ਥਾਣਾ, ਉੱਥੇ ਹੀ ਪਰਚਾ, ਉਹੀ ਜੇਲ੍ਹ, ਉਹੀ ਹਵਾਲਾਤ। ਉਹ ਜਿੰਨਾ ਟਾਈਮ ਉਹ ਬੰਦੇ ਉਹ ਹਵਾਲਾਤ ਦੇ ਪਿੱਛੇ ਨਹੀਂ ਖੜਦੇ, ਉਹਨਾਂ ਟਾਈਮ ਗੁਬਾਰ ਇਹ ਨਿਕਲਣਾ ਨਹੀਂ। ਇਹ ਉਬਲੂਗਾ ਜਿੰਨਾ ਮਰਜ਼ੀ ਉਬਲੀ ਜਾਵੇ। ਹੁਣ ਤਾਂ ਮੈਂ ਜਣੀ ਆਏ ਆ, ਘਰਦਿਆਂ ਨੂੰ ਵੀ ਕਹਿ ਦਿੱਤਾ ਕਿ ਗੀਤ ਗੂਤ ਗਏ, ਛੱਡੋ ਖੜਾ, ਕਰ ਲਵਾਂਗੇ, ਸਾਰੀ ਉਮਰ ਪਈ ਆ ਗੀਤ ਕਰਨ ਨੂੰ, ਪਹਿਲਾਂ ਆਹ ਕੰਮ ਕਰਨਾ ਤੇ ਕਰਾਂਗਾ। ਮੈਂ ਮੌਤ ਤੋਂ ਮੈਨੂੰ ਡਰ ਨਹੀਂ ਲੱਗਦਾ, ਮੈਂ ਤੁਹਾਨੂੰ ਸਹੀ ਦੱਸਾਂ, ਮੈਂ ਮੌਤ ਤੋਂ ਨਹੀਂ ਡਰਦਾ। ਕਿਉਂਕਿ ਮੇਰੇ ਨਾਲ ਬਹੁਤ ਇਹੋ ਜਿਹੇ ਚਾਂਸ ਹੋਇਆ, ਮੇਰੇ ਮਿੱਤਰਾਂ ਨੂੰ ਪਤਾ ਕਿ ਮੌਤ ਐ ਕੋਲ ਦੀ ਲੰਘੀ ਆ, ਜਿਵੇਂ ਉਹ ਡਾਇਲੋਗ ਆ ਨਾ, ਛੂ ਕੇ ਲੰਘੀ ਆ, ਬਹੁਤ ਵਾਰ ਲੰਘੀ ਆ, ਪਰ ਮੈਨੂੰ ਡਰ ਨਹੀਂ ਲੱਗਦਾ। ਪਰ ਕਿਤੇ ਨਾ ਕਿਤੇ ਮੈਂ ਜਦ ਆਪਦੇ ਘਰਦਿਆਂ ਨੂੰ ਦੇਖਦਾ ਕਿ ਮੈਂ ਕੱਲਾ ਮੁੰਡਾ ਉਹਨਾਂ ਦਾ, ਫਿਰ ਕਿਤੇ ਕਿਤੇ ਮੈਨੂੰ ਲੱਗਦਾ ਯਾਰ ਕਿ ਠੀਕ ਹੈ, ਪਰ ਮੇਰੀ ਮੰਮੀ ਥੋੜੀ ਜਿਹੀ ਕਮਜ਼ੋਰ ਆ, ਮੇਰਾ ਡੈਡੀ ਬੜਾ ਘੈਂਟਾ। ਉਹ ਕਹਿੰਦਾ ਚੱਕਰ ਇਹ ਕੋਈ ਨਹੀਂ ਪੁੱਤਰਾ, ਤੇਰੇ ਨਾਲ ਖੜਾ, ਜਿਵੇਂ ਤੂੰ ਕਹੇਂਗਾ ਉਵੇਂ ਕਰੂੰਗਾ। ਕਿ ਮੇਰੇ ਡੈਡੀ ਥੋੜੇ ਜਿਹੇ, ਮੇਰਾ ਪਿਓ ਆ ਤਾਂ ਕਿੱਦਾਂ ਦਾ ਹੋਊਗਾ, ਤੁਸੀਂ ਲਾ ਲਓ ਹਿਸਾਬ, ਹੁਣ ਮੈਂ ਇੱਦਾਂ ਦਾ, ਮੇਰਾ ਡੈਡੀ ਕਹਿ ਜਾਊ। ਸੋ ਡੈਡੀ ਮੇਰਾ ਥੋੜਾ ਜਿਹਾ ਸਟਰੋਂਗ ਆ ਮੇਰੇ ਵਾਂਗੂ। ਉਹ ਕਹਿੰਦਾ ਕੋਈ ਚੱਕਰ ਹੀ ਨਹੀਂ ਯਾਰ। ਮੇਰੀ ਮੰਮੀ ਹਲੇ ਰੋ ਪੈਂਦੀ ਹੈ ਕਈ ਵਾਰੀ ਕਿ ਪੁੱਤ ਕੀ ਹੈ, ਕਿਹੜੇ ਕੰਮੀ ਲੱਗੇ ਹੋਗੇ, ਮਾਵਾਂ ਹੁੰਦੀਆਂ ਇੱਦਾਂ ਦੀਆਂ, ਹੁਣ ਕਿਆ ਕਰੀਏ। ਡੈਡੀ ਸਾਡਾ ਥੋੜਾ ਕੱਢਾਂਗੇ, ਉਹ ਕਹਿੰਦੇ ਕੋਈ ਗੱਲ ਨਹੀਂ, ਤੂੰ ਲੜਨਾ ਲੜ, ਨਹੀਂ ਲੜਨਾ ਜਿਵੇਂ ਤੂੰ ਕਹੇਂਗਾ ਮੈਂ ਤੇਰੇ ਨਾਲ। ਅਲੀ ਕਲਾਕਾਰਾਂ ਬਾਰੇ ਕਿਹਾ ਜਾਂਦਾ ਹੈ ਕਿ ਘਟਨਾਵਾਂ ਉਹਨਾਂ ਨਾਲ ਜਿਹੜੀਆਂ ਵਾਪਰਦੀਆਂ ਨੇ ਨਾ, ਜਾਂ ਸਮਾਜ ਦੇ ਵਿੱਚ ਜਿਹੜੀ ਘਟਨਾਵਾਂ ਹੁੰਦੀਆਂ ਉਸ ਨੂੰ ਲੈ ਕੇ ਫਟਾਫਟ ਗਾਣੇ ਤਿਆਰ ਕਰ ਦਿੰਦੇ ਨੇ, ਬੋਲ ਤਿਆਰ ਕਰ ਲੈਂਦੇ ਨੇ। ਆਪਣੇ ਨਾਲ ਜੋ ਕੁਝ ਹੋਇਆ ਉਸ ਨੂੰ ਲੈ ਕੇ ਕੋਈ ਬੋਲ ਤਿਆਰ ਕੀਤੇ ਨੇ? ਕਰਿਆ ਸੀਗਾ ਯਾਰ ਤੇਰਾ ਕੈਮ ਬੱਲੀਏ ਮਾੜੇ ਜਿਹੇ। ਉਹ ਕਿਵੇਂ ਸੀ, ਕਿਵੇਂ ਨਹੀਂ ਹਰ ਸਟਾਰਟਿੰਗ ਕਿਵੇਂ ਸੀ ਉਹਦੀ, ਉਹ ਸੀਗਾ ਪਿੰਡਿਆਂ ਤੇ ਲਾਸ਼ਾਂ ਬੰਦਿਆਂ ਦੇ ਪੈਂਦੀਆਂ, ਪਰ ਅਫਸੋਸ ਪਈਆਂ ਨਾ ਮੈਦਾਨ ਵਿੱਚ ਨਹੀਂ। ਮੈਨੂੰ ਹੁਣ ਚੇਤੇ ਨਹੀਂ ਜਣੀ, ਉਹਦੇ ਚ ਐ ਗੱਲਾਂ ਸੀਗੀਆਂ ਕਿ ਜਿਹੜੀਆਂ ਲਾਸ਼ਾਂ ਉਹ ਬੰਦਿਆਂ ਦੀ ਪੈਂਦੀਆਂ, ਪਰ ਮੈਨੂੰ ਅਫਸੋਸ ਆ ਉਹ ਮੇਰੇ ਮੈਦਾਨ 'ਚ ਨਹੀਂ ਪਈਆਂ, ਉਹ ਕਿਤੇ ਹੋਰ ਪਈਆਂ। ਕਿ ਉਹਦੇ 'ਚ ਅਖੀਰਲੀ ਹੁੱਕ ਲੈਣ ਆਏ ਸੀ, ਯਾਰ ਤੇਰਾ ਕੈਮ ਬੱਲੀਏ, ਮਾੜੇ ਚੰਗੇ ਆਉਂਦੇ ਰਹਿੰਦੇ ਟਾਈਮ ਬੱਲੀਏ। ਕੱਢੇ ਨੇ, ਕੱਢਾਂਗੇ, ਮਨਾਂ ਦੇ ਵਹਿਮ, ਜਿਨ੍ਹਾਂ ਦੇ ਮਨਾਂ 'ਚ ਵਹਿਮ ਨੇ, ਕਈਆਂ ਦੇ ਕੱਢੇ ਨੇ, ਕਈਆਂ ਦੇ ਕੱਢਾਂਗੇ ਵੀ। ਜਿਹੜੀਆਂ ਇਦਾਂ ਦੀਆਂ ਗਾਣਾ ਸੀਗਾ ਉਹ। ਚਲੋ ਬਿਲਕੁਲ, ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਲੇਕਿਨ ਆ ਆਰਡਰਾਂ ਦੀ ਕਾਪੀ ਮੈਂ ਤੁਹਾਨੂੰ ਜ਼ਰੂਰ ਦਿਖਾ ਦੇਣਾ। ਆ ਹਾਈ ਕੋਰਟ ਦੇ ਆਰਡਰ ਆਏ ਨੇ, ਹਾਲਾਂਕਿ ਫਾਈਨਲ ਜਜਮੈਂਟ ਜਿਹੜੀ ਹੈ ਉਹ ਹਜੇ ਆਣੀ ਬਾਕੀ ਹੈ। ਫਾਈਨਲ ਜਜਮੈਂਟ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਵੇਖਣ ਵਾਲੀ ਗੱਲ ਰਹੂਗੀ। ਲੇਕਿਨ ਸਿੱਧੇ ਤੌਰ ਤੇ ਇੱਥੇ ਪੁਲਿਸ ਨੂੰ, ਸਰਕਾਰ ਨੂੰ ਕੋਸਟ ਜ਼ਰੂਰ ਪੈਂਦੀ ਹੋਈ ਨਜ਼ਰ ਆਈ ਹੈ। 20,000 ਰੁਪਏ ਦੀ ਕੋਸਟ ਪਾਈ ਗਈ ਹੈ। ਇਸ ਨੂੰ ਜੁਰਮਾਨੇ ਦੇ ਵਿੱਚ ਵੀ ਲੈ ਸਕਦੇ ਹਾਂ। ਔਰ ਉਹ ਕੋਸਟ ਜਿਹੜੀ ਹੈ PGI ਦੇ ਵਿੱਚ ਜਿਹੜੇ ਮਰੀਜ਼ ਨੇ, ਜਿਹੜੇ ਲੋੜਮੰਦ ਨੇ, ਉਹਨਾਂ ਦੇ ਇਲਾਜ ਲਈ ਉਹ ਕੋਸਟ ਜਿਹੜੀ ਹੈ ਉਹ ਜਮ੍ਹਾਂ ਕਰਾਉਣ ਦੇ ਆਰਡਰ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ। ਹਾਲਾਂਕਿ ਇਨਸਾਫ ਦੀ ਜਿਹੜੀ ਲੜਾਈ ਦੀ ਗੱਲ ਐਲੀ ਕਰਦੇ ਨਜ਼ਰ ਆ ਰਹੇ ਨੇ, ਇਹਨਾਂ ਦੇ ਐਡਵੋਕੇਟ ਜਿਹੜੇ ਕਰਦੇ ਨਜ਼ਰ ਆ ਰਹੇ ਨੇ, ਉਹ ਵੇਖਣ ਵਾਲੀ ਗੱਲ ਰਹੂਗੀ ਕਿ ਕਿੰਨੀ ਲੰਬੀ ਉਹ ਲੜਾਈ ਚੱਲਦੀ ਹੈ ਔਰ ਕਦੋਂ ਇਹਨਾਂ ਨੂੰ ਇਨਸਾਫ ਵਾਕਿਆ ਦੇ ਵਿੱਚ ਮਿਲਦਾ ਹੋਇਆ ਨਜ਼ਰ ਆਊਗਾ। ਹਾਂਜੀ ਔਰ ਰਸੀਦ ਵੀ ਦੇਣੀ ਆ 20,000 ਦੀ ਨਾਲ, ਐਂ ਵੀ ਲਿਖਿਆ ਆ। ਬਿਲਕੁਲ ਦੇਖੋ, ਰਸੀਦ ਦੀ ਵੀ ਗੱਲ ਕਰ ਰਹੀ ਹੈ ਕਿਉਂਕਿ ਅੱਜ ਖੁਸ਼ ਨਜ਼ਰ ਆ ਰਿਹਾ ਅਲੀ। ਜਦੋਂ ਉਸ ਸਮਾਂ ਕੁਝ ਹੋਰ ਤਸਵੀਰ ਇਸ ਦੀ ਵੇਖਣ ਨੂੰ ਮਿਲਦੀ ਸੀ, ਉਸ ਸਮਾਂ ਕਹਿੰਦੇ ਬੋਲ ਵੀ ਨਹੀਂ ਨਿਕਲਦੇ ਸੀ ਬਾਹਰ, ਅੱਜ ਬੋਲ ਨਿਕਲ ਰਹੇ ਨੇ। ਬੋਲ ਤਾਂ ਨਹੀਂ ਸੀ ਨਿਕਲਦੇ, ਸਮਝ ਨਹੀਂ ਸੀ ਲੱਗ ਰਿਹਾ। ਕਿਉਂਕਿ ਇੱਕ ਹੁੰਦਾ ਨਾ ਬੰਦਾ ਕ੍ਰਿਮੀਨਲ ਆ, ਉਹਨੂੰ ਜੁੱਤੀਆਂ ਖਾਣ ਦੀ ਆਦਤ ਪਈ ਹੋਈ ਆ। ਅਸੀਂ ਤਾਂ ਕੋਈ ਕ੍ਰਾਈਮ ਵੀ ਨਹੀਂ ਸੀ ਕੀਤਾ, ਉਹ ਕੋਟੀ ਮੇਰੇ ਇੰਨੀ ਕੁ ਪਈ ਹੋਈ ਸੀਗੀ। ਹੁਣ ਤਾਂ ਚਲੋ ਸਮਾਂ ਲੰਘ ਗਿਆ ਨਾ, ਬੰਦਾ, ਹਰੇਕ ਬੰਦੇ ਦਾ ਟਾਈਮ ਹੁੰਦਾ। ਉਦੋਂ ਇੱਕ ਮਾਹੌਲ ਉਦਾਂ ਦਾ ਸੀਗਾ। ਇੱਕ ਮੇਰੇ ਨਾ ਮੌਮ ਨਾ ਡੈਡ, ਇੱਥੇ ਕੋਈ ਵੀ ਨਹੀਂ ਸੀਗਾ, ਮੈਂ ਇਕੱਲਾ ਸੀਗਾ। ਮੇਰੇ ਭਰਾ ਸਾਰੇ ਆਪਣੇ ਵਧੀਆ ਸਰਕਲ ਆ। ਉਹ ਸਮਾਂ ਹੋਰ ਸੀਗਾ। ਹੁਣ ਜਦੋਂ
ਕੋਈ ਥੋੜੀ ਜਿਹੀ ਰਾਹਤ ਜੱਜ ਵੱਲੋਂ ਮਿਲੀ ਹੈ, ਜੱਜ ਸਾਹਿਬ ਵੱਲੋਂ, ਮਾਣਯੋਗ ਜਿਹੜੇ ਹਾਈ ਕੋਰਟ ਦੇ ਨੇ ਉਹਨਾਂ ਵੱਲੋਂ ਹੁਣ ਜਿਹੜੀ ਥੋੜੀ ਰਾਹਤ ਮਿਲੀ, ਉਹਦੇ ਚ ਕਈ ਚੀਜ਼ਾਂ ਲਿਖੀਆਂ ਨੇ ਕਿ ਜਿਹੜੇ 4-5 ਬੰਦੇ ਨਹੀਂ, ਜਿਹੜੇ ਇਹਨੇ ਅਕਿਊਜ਼ਡ 12 ਬੰਦਿਆਂ ਦਾ ਨਾਮ ਲਿਖਾਇਆ, ਉਹ 12 ਦੇ 12 ਤੇ ਕਾਰਵਾਈ ਕਰੋ, ਸਾਰਾ ਉਹਦੇ ਵਿੱਚ ਲਿਖਿਆ ਹੋਇਆ। ਤਾਂ ਹੁਣ ਥੋੜੀ ਜਿਹੀ ਰਾਹਤ, ਹੁਣ ਇੱਕ ਚੀਜ਼ ਦੇ ਮਗਰ ਆਪਾਂ 2 ਸਾਲਾਂ ਤੋਂ ਸਾਰਾ ਕੁਝ ਛੱਡ ਕੇ ਪਏ ਹੋਏ ਆ, ਜਦੋਂ ਉਹਦੇ ਚ ਥੋੜੀ ਜਿਹੀ ਕੋਈ ਆਪਾਂ ਨੂੰ ਮਿਲਦੀ ਹੈ ਕਿ ਹਾਂ ਸ਼ਾਇਦ ਅਸੀਂ ਸਹੀ ਕਰ ਰਹੇ ਹਾਂ, ਰਿਲੀਫ ਮਿਲਦੀ ਹੈ, ਤਾਂ ਬੰਦਾ ਆਟੋਮੈਟਿਕਲੀ ਖੁਸ਼ ਹੁੰਦਾ। ਵੈਸੇ ਮੈਂ ਰਹਿਣਾ ਖੁਸ਼ ਹੀ ਹਾਂ। ਉਦੋਂ ਤਾਂ ਬੋਲ ਹੁਣ ਤੁਸੀਂ ਕਹਿੰਦੇ ਹੋ ਨਹੀਂ ਨਿਕਲਦੇ ਸੀ, ਉਦੋਂ ਪਤਾ ਹੀ ਨਹੀਂ ਸੀ ਕਿ ਯਾਰ ਹੋਇਆ ਕਿਉਂ, ਐਂ ਕਿਉਂ ਕਰਤਾ। ਚਲੋ ਕੁੱਟਿਆ ਵੀ ਯਾਰ, ਖਾਧੀ ਕੜੀ ਕੁੱਟਿਆ, ਕੁੱਟ ਪੈ ਗਈ ਸਕੂਲੇ, ਬਹੁਤ ਕੁੱਟ ਖਾਧੀ ਆ ਅਸੀਂ, ਉਦੋਂ ਵੀ ਮਾਸਟਰ ਵੀ ਐਂ ਕੁੱਟਦੇ ਹੁੰਦੇ ਨੇ, ਹੈ ਨਾ, ਉਹ ਨਹੀਂ ਗੱਲ। ਪਰ ਜਿਹੜੀਆਂ ਉਹਨਾਂ ਨੇ ਗੱਲਾਂ ਉਦੋਂ ਕਹੀਆਂ ਸੀ, ਮੈਂ ਤਾਂ ਉਹ ਇਹ ਨਹੀਂ ਕਹਾਉਂਦਾ ਕਿਸੇ ਤੋਂ, ਮੈਂ ਇਦਾਂ ਦਾ ਬੰਦਾ, ਮੇਰੇ 'ਚ ਈਗੋ ਫੈਕਟਰ ਬਹੁਤ ਭਰ ਕੇ ਆ ਮੇਰੇ ਦੇ ਵਿੱਚ, ਮੈਂ ਤਾਂ ਉਹ ਇਹ ਨਹੀਂ ਕਹਾਉਂਦਾ ਕਿਸੇ ਬੰਦੇ ਤੋਂ। ਯਾਰ ਮੈਨੂੰ ਉਹਨਾਂ ਨੇ ਗਾਲਾਂ ਕੱਢੀਆਂ ਮਾਵਾਂ ਦੀਆਂ, ਭੈਣਾਂ ਦੀਆਂ, ਜਿਹੜੀਆਂ ਕਿ ਅਨਐਕਸੈਪਟੇਬਲ ਨੇ, ਕਿ ਨਹੀਂ ਯਾਰ ਤੁਸੀਂ ਐਂ ਥੋੜ੍ਹਾ ਬੋਲ ਸਕਦੇ ਹੋ ਯਾਰ ਕਿਸੇ ਨੂੰ। ਜੇ ਮੈਂ ਇਹੀ ਚੀਜ਼ਾਂ ਕਿਸੇ ਬੰਦੇ ਨੂੰ, ਨੋਰਮਲ ਬੰਦੇ ਨੂੰ ਵੀ ਕਹਾਂ ਨਾ, ਉਹ ਯਾਰ ਉਹ ਵੀ ਖਿੱਚੂਗਾ ਕਿ ਯਾਰ ਇਹ ਮੈਨੂੰ ਬੋਲਦਾ ਕਿਵੇਂ ਆ। ਇੱਥੇ ਤੱਕ ਅੱਖਾਂ ਕੱਢਣ ਪਿੱਛੇ ਲੜਾਈ ਹੋ ਜਾਂਦੀ, ਸਾਲਾ ਅੱਖਾਂ ਕੱਢਦਾ ਸੀ, ਉਹ ਮੈਨੂੰ ਤਾਂ ਗਾਲਾਂ ਕੱਢੀਆਂ, ਕੁੱਟਿਆ, ਮਾਰਿਆ, ਜਿਹਦਾ ਜੀ ਕਰਦਾ ਸੀ ਆ ਕੇ ਢਾਹ ਲੈਂਦਾ ਸੀ। ਉਦੋਂ ਸਮਾਂ ਹੋਰ ਸੀਗਾ, ਅੱਜ ਸਮਾਂ ਹੋਰ ਆ। ਤੇ ਹੁਣ ਥੋੜ੍ਹੀ ਜਿਹੀ ਰਾਹਤ ਮਿਲੀ ਆ ਕਿ ਹਾਂ ਸ਼ਾਇਦ ਕੁਛ ਹੋ ਜਾਵੇ, ਪਰ ਬਾਬਾ ਮਿਹਰ ਕਰੂਗਾ, ਹੋਊਗਾ। ਬਿਲਕੁਲ, ਦੇਖੋ ਬਾਬਾ ਮਿਹਰ ਕਰੂਗਾ, ਰੱਬ ਦੇ ਉੱਪਰ ਕਿਤੇ ਨਾ ਕਿਤੇ ਡੋਰਾਂ ਜਿਹੜੀਆਂ ਨੇ ਉਹ ਛੱਡੀਆਂ ਹੋਈਆਂ ਨੇ। ਵੇਖਣ ਵਾਲੀ ਗੱਲ ਰਹੇਗੀ ਇਹਨਾਂ ਦੀ ਲੜਾਈ ਹੋਰ ਕਿੰਨੀ ਅੱਗੇ ਜਾਂਦੀ ਹੋਈ ਨਜ਼ਰ ਆਉਂਦੀ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ।